Anything you need for cleaning purpose, I usually put stuff. We use the This one is Parrot. extra too, Okay. so you can have a look. Observe the I Parrot. will buy the ਚੱਲ ਦਫਾ ਹੋ ਜਾ। ਇਹ ਬੜਾ ਇਹ ਕਦੇ ਕਦੇ ਸ਼ਤਮੀਅਤ ਵੀ ਕਰ ਜਾਂਦਾ ਅੱਜ ਤੇ ਮੈਂ ਹੱਥ ਉਸ ਤੇ ਹੀ ਰੱਖਿਆ ਸੀ। है ही हरामी ने मिर्जा कादियानी ने इस तरह की गंदी जुर्रियत छड्डी। ਇਹ ਬਕਵਾਸ ਕਰਨਗੇ ਤੇ ਮੁਸਲਮਾਨਾਂ ਨੂੰ ਗਾਲਾਂ ਕੱਢਣਗੇ ਤੇ ਆਖਣ ਮੁਸਲਮਾਨ ਬਗੈਰਤ ਨੇ। ਸਭ ਤੋਂ ਵੱਡੇ ਤੇ ਮਿਰਜ਼ਾਈ ਬਗੈਰਤ ਨੇ। ਮਿਰਜ਼ਾਈ ਤੋਂ ਵੱਡਾ ਬਗੈਰਤ ਕੌਣ ਹੈ ਅੱਲਾ ਦੀ ਇਸ ਧਰਤੀ ਦੇ ਉੱਤੇ? ਕਿ ਜਿਹੜੇ ਮੁਲਕ ਵਿੱਚ ਜੰਮੇ ਪੜੇ ਸ਼ਨਾਖਤੀ ਕਾਰਡ ਬਣਾਇਆ, ਉਹ ਸ਼ਨਾਖਤੀ ਕਾਰਡ ਦੇ ਉੱਤੇ ਮੁਸਲਮਾਨਾਂ ਲਿਖ ਕੇ ਟੋਰ ਛੜਿਆ ਤੁਸੀਂ 2 ਨੰਬਰ ਹੋ, ਦੂਸਰੇ ਦਰਜੇ ਦੇ ਤੁਸੀਂ ਸ਼ਹਿਰੀ ਹੋ, ਤੇ ਉੱਥੇ ਚੁੱਪ ਕਰਕੇ ਆ ਗਏ ਨੇ। ਉੱਥੇ ਜਾਨ ਦੇਣੀ ਚਾਹੀਦੀ ਸੀ, ਛਾਤੀ ਪੇਸ਼ ਕਰਨੀ ਚਾਹੀਦੀ ਸੀ। ਮੈਂ ਸ਼ਨਾਖਤੀ ਕਾਰਡ ਤੇ ਅਵਲ ਦਰਜੇ ਦਾ ਸ਼ਹਿਰੀ ਲਿਖਾਣਾ, ਮੈਂ ਮਰ ਜਾਵਾਂਗਾ, ਮੈਂ ਕੁਰਬਾਨੀ ਦੇ ਦਾਂਗਾ, ਮੈਂ ਸ਼ਹੀਦ ਹੋ ਜਾਵਾਂਗਾ, ਉੱਥੇ ਹੋਣਾ ਚਾਹੀਦਾ ਸੀ। ਉੱਥੋਂ ਦੌੜ ਕੇ ਆ ਕੇ ਇੱਥੇ ਆ ਕੇ ਮੁਸਲਮਾਨਾਂ ਨੂੰ ਗਾਲਾਂ ਕੱਢਣ ਲੱਗੇ ਨੇ, ਮੁਸਲਮਾਨਾਂ ਨੂੰ ਗੈਰਤ ਦਾ ਦਰਸ ਦੇਣ ਲੱਗੇ ਨੇ। ਜਿਸ ਵੇਲੇ ਗੱਲ ਕਰੋ ਇਹਨਾਂ ਗੰਦੇ ਲੋਕਾਂ ਨਾਲ, ਘੰਟੇ ਬਾਅਦ ਕਰੋ ਭਾਵੇਂ 10 ਘੰਟੇ ਬਾਅਦ, ਗਟਰ ਹੀ ਗਟਰ, ਹਰ ਤਰਫ ਗਟਰ। ਐਸਾ ਦਿਲ ਬੇਜ਼ਾਰ ਹੈ, ਦਿਲ ਹੀ ਨਹੀਂ ਕਰਦਾ ਇਹਨਾਂ ਨਾਲ ਗੱਲ ਕਰਨ ਤੇ। ਕੀ ਬੰਦਾ ਗੱਲ ਕਰੇ? ਜਾਂ ਪਾਕਿਸਤਾਨ ਉਤੇ ਗੱਲ ਕਰਨਗੇ ਭੌਂਕਣਗੇ, ਜੀ ਹਾਂ, या मुसलमानों उते भौंकणगे। ਹਾਂ तुम जाते क्यों नहीं हो, तुम ये नहीं करते, तुम वो नहीं करते, सानू गैरत दवांदे ने। वो तुहाडी गैरत मर गई है, तुसी पाकिस्तानी नहीं हो। लाती शक्ल असल इच ना इन्हां नूं थोड़ा जिहा शौक भी हुंदा है, टोकरा जिहड़ा खाली हुंदा है, इन्हां नूं सुकून नहीं आंदा। शाम तक हुण सुकून नाल रहेगा बिल्कुल। ਮੈਨੂੰ ਉਮੀਦ ਹੈ ਕਿ ਕੋਈ ਪੂਰਾ ਕਰ ਲੇਗਾ, ਕੋਟਾ ਪੂਰਾ ਹੋ ਗਿਆ ਸੀ। ਹਾਂਜੀ ਔਨ ਰਜ਼ਾ ਸਾਹਿਬ, ट्रूथ सीकर कह रहा है मैं रिकॉर्डिंग कर रहा हूँ। ਕਰ ਰਿਕਾਰਡਿੰਗ ਕਰਕੇ ਤੇ ਲੈ ਜਾ ਸੈਨ ਸਾਹਿਬ ਨੂੰ ਦੱਸ। कोई जनाब ਰਿਕਾਰਡਿੰਗ ਕਰਕੇ ਦੱਸੀ ਵੀ ਸਾਡਾ ਮਰਜ਼ਾਈ ਗਿਆ ਹੈ ਤੇ ਉਹਨੇ ਸਭ ਤੋਂ ਪਹਿਲੇ ਜਾ ਕੇ तमाम ਮੁਸਲਮਾਨਾਂ ਨੂੰ ਗਾਲ ਕੱਢੀ ਹੈ, ਤੇ ਜਵਾਬ ਵਿੱਚ ਫਿਰ ਆਮਰ ਨਜ਼ੀਰ ਨੇ ਸਾਡੇ ਪਹਿਲੇ ਕੱਖ ਨਹੀਂ ਛੱਡਿਆ, ਸਾਡੀਆਂ ਲੀਰਾਂ ਲਾਤੀਆਂ ਉਹਨੇ। ਇਹ ਦੱਸੀ ਜਾ ਕੇ ਸੈਣੀ ਸਾਹਿਬ ਨੂੰ। ਕਿਉਂ ਗਾਲ ਕੱਢਦੇ ਹੋ? अस्सलाम वालेकुम आमिर भाई। ਵਾਲੇਕੁਮ। आमिर भाई ਜਿਹੜਾ ਬਾਉਂਡਰੀ ਕਮਿਸ਼ਨ ਦੇ ਸਾਹਮਣੇ ਚੌਧਰੀ ਜ਼ਫਰੁੱਲਾ ਨੇ ਆਪਣਾ ਮੈਮੋਰੰਡਮ ਜਾਂ ਇਹ ਸਾਰਾ ਕੁਝ ਪੇਸ਼ ਕੀਤਾ ਸੀ, ਮੁਸਲਮਾਨ ਤੇ ਐਕਸਪੈਕਟ ਕਰ ਰਹੇ ਸਨ ਕਿ ਇਹ ਸਾਨੂੰ ਰਿਪਰੈਜ਼ੈਂਟ ਕਰੇਗਾ, ਤੇ ਉਹਨੇ ਆਪਣਾ ਹੀ ਕਾਦੀਆਨੀਆਂ ਦੀ ਕਹਾਣੀ ਖੋਲ ਦਿੱਤੀ ਸੀ। ਤੇ ਇਹਨੇ ਦੱਸਿਆ ਕੀ ਸੀ ਕਿ ਅਸੀਂ ਹਿੰਦੂ ਹਾਂ, ਅਕਲੀਅਤ ਹਾਂ, ਕੀ ਪ੍ਰੈਜ਼ੈਂਟ ਕੀਤਾ ਸੀ? ਇਹਨਾਂ ਨੇ ਆਪਣੀ ਅਲੱਗਾ ਆਈਡੈਂਟੀਫਿਕੇਸ਼ਨ ਉੱਤੇ ਕਰਵਾਈ ਸੀ ਕਿ ਸਾਡੀ ਮੁਸਲਮਾਨਾਂ ਤੋਂ ਅਲੱਗਾ ਸ਼ਨਾਖਤ ਹੈ, ਅਸੀਂ ਮੁਸਲਮਾਨਾਂ ਦੇ ਵਿੱਚ ਨਹੀਂ ਆ। ਜਿਹੜਾ ਮੁਸਲਿਮ ਲੀਗ ਦਾ ਵੋਟ ਹੈ, ਜਿਹੜਾ ਮੈਜੋਰਟੀ ਵਾਲੇ ਇਲਾਕੇ ਤੁਸੀਂ ਅਲੱਗਾ ਕਰਨਾ ਚਾਹੁੰਦੇ ਹੋ, ਅਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਆ। ਸਾਡੀ ਇਹ ਤਾਦਾਦ ਹੈ, ਇਹ ਗੁਰਦਾਸਪੁਰ ਦੇ ਵਿੱਚ, ਤੇ ਤੁਸੀਂ ਇਹਨੂੰ ਸਾਡੇ ਵਾਸਤੇ ਅਲੱਗਾ ਕੋਈ ਸੋਚੋ। ਸਾਡੀ ਅਲੱਗਾ ਆਈਡੈਂਟੀਫਿਕੇਸ਼ਨ ਹੈ, ਸਾਨੂੰ ਅਲੱਗਾ ਇੱਥੇ ਛੋਟਾ ਜਿਹਾ ਕੋਈ ਲੀਕ ਮਾਰ ਦਿਓ। ਇਹ ਆਪਣਾ ਅਲੱਗਾ ਬਣਾਉਣਾ ਚਾਹੁੰਦਾ ਸੀ ਗੁਰਦਾਸਪੁਰ ਦੇ ਵਿੱਚ ਮੁਲਕ। ਉਹ ਫਿਰ ਬਾਉਂਡਰੀ ਕਮਿਸ਼ਨ ਨੇ ਜੇ ਤੇ ਇਹਨਾਂ ਦੀ ਸੁਣਦੇ ਤੇ ਫਿਰ ਤਾਂ ਪਾਰਸੀਆਂ ਨੂੰ ਵੱਖਰਾ ਦਿੰਦੇ, ਕ੍ਰਿਸਚਨਾਂ ਨੂੰ ਪਹਿਲਾਂ ਸਭ ਤੋਂ ਮੁਲਕ ਵੱਖਰਾ ਬਣਾ ਕੇ ਦਿੰਦੇ, ਵੱਡੀਆਂ ਕੌਮਾਂ ਤੇ ਉੱਥੇ ਫਿਰ ਸਿੱਖਾਂ ਨੂੰ ਵੱਖਰਾ ਦਿੰਦੇ, ਵੱਡੀਆਂ ਕੌਮਾਂ ਤੇ ਉੱਥੇ ਹਿੰਦੂਆਂ ਤੋਂ ਬਾਅਦ ਮੁਸਲਮਾਨ, ਤੇ ਮੁਸਲਮਾਨਾਂ ਤੋਂ ਬਾਅਦ ਕ੍ਰਿਸਚਨ, ਤੇ ਕ੍ਰਿਸਚਨਾਂ ਤੋਂ ਬਾਅਦ ਸਿੱਖ ਸਨ। ਇਹਨਾਂ ਦੀ ਤਾਂ ਕੁਝ ਵੀ ਤਾਦਾਦ ਨਹੀਂ ਸੀ ਹੈ, ਲੇਕਿਨ ਚਲੋ ਗੁਰਦਾਸਪੁਰ ਵਿੱਚ ਤਾਂ ਤਾਦਾਦ ਹੈ ਹੀ ਸੀ। ਉਹ ਆਪਣੀ ਲਹਿਦਾ ਮੈਮੋਰੈਂਡਮ ਪੇਸ਼ ਕਰਕੇ ਉੱਥੇ ਅਸੈਂਬਲੀ ਦੇ ਵਿੱਚ ਉਹਨੇ ਤਾਂ ਹੀ ਪੁੱਛਿਆ, ਉਹਨੇ ਕਿਹਾ ਤੁਸੀਂ ਲਹਿਦਾ ਮੈਮੋਰੈਂਡਮ ਪੇਸ਼ ਕਿਉਂ ਕੀਤਾ ਉੱਥੇ? ਸੱਪੋ ਆਸਤੀਨ ਦੇ ਸੱਪੋ, ਤੁਸੀਂ ਗੁਰਦਾਸਪੁਰ ਕਟਵਾਇਆ ਸਾਡੇ ਕੋਲ, ਵਰਨਾ ਗੁਰਦਾਸਪੁਰ ਅਗਰ ਤੁਸੀਂ ਆਪਣੇ ਆਪ ਨੂੰ ਜ਼ਿਹਨੀ ਤੌਰ ਤੇ ਮੁਸਲਮਾਨਾਂ ਦਾ ਹਿੱਸਾ ਸਮਝਦੇ ਹੁੰਦੇ ਤੇ ਤੁਸੀਂ ਅਲੱਗਾ ਆਪਣੀ ਆਈਡੈਂਟੀਫਿਕੇਸ਼ਨ ਉੱਥੇ ਨਾ ਮੁਤਾਰਫ ਕਰਵਾਉਂਦੇ ਤੇ ਗੁਰਦਾਸਪੁਰ ਸਾਡੇ 'ਚ ਹੁੰਦਾ। ਅਗਰ ਗੁਰਦਾਸਪੁਰ ਜ਼ਿਲ੍ਹਾ ਮਗਰ ਵੀ ਪੰਜਾਬ ਦਾ ਹਿੱਸਾ ਬਣ ਜਾਂਦਾ, ਲਾਹੌਰ ਦੇ ਨਾਲ ਲੱਗ ਜਾਂਦਾ, ਅਟੈਚ ਹੋ ਜਾਂਦਾ, ਇਹਨਾਂ ਤੇ ਜਾਣਾ ਹੀ ਨਹੀਂ ਸੀ ਕਸ਼ਮੀਰ। ਇੰਡੀਆ ਦਾ ਕਸ਼ਮੀਰ ਜਾ ਹੀ ਨਹੀਂ ਸਕਦਾ ਪੈਦਲ ਉੱਥੋਂ, ਉਹਨਾਂ ਦਾ ਤਾਂ ਰਸਤਾ ਹੀ ਨਹੀਂ ਹੈ ਪੈਦਲ ਜਾਣ ਦਾ। ਤੁਸੀਂ ਕਸ਼ਮੀਰ ਕਟਵਾਇਆ ਸਾਡੇ ਕੋਲ। ਤੁਹਾਡੇ ਅਲੱਗਾ ਆਈਡੈਂਟੀਫਿਕੇਸ਼ਨ ਕਰਵਾਉਣ ਦੀ ਵਜ੍ਹਾ ਤੋਂ ਜਿਹੜੀ ਗੁਰਦਾਸਪੁਰ ਦੀ ਪਾਪੂਲੇਸ਼ਨ ਸੀ ਉਹ 51% ਸੀ
ਮਰਜ਼ਾਈਆਂ ਸਮੇਤ ਮੁਸਲਮਾਨਾਂ ਦੀ 51% ਆਬਾਦੀ ਸੀ ਤੇ 49% ਗੈਰ ਮੁਸਲਮ ਸਨ। ਜਦੋਂ ਇਹਨਾਂ ਨੇ ਆਪਣੀ 2% ਮੁਸਲਮਾਨਾਂ ਦੇ ਵਿੱਚੋਂ ਬਾਹਰ ਕੱਢ ਲਈ ਤੇ ਮੁਸਲਮਾਨ ਪਿੱਛੇ 49% ਰਹਿ ਗਏ ਤੇ ਨਾਨ ਮੁਸਲਮ ਜਿਹੜੇ 51% ਹੋ ਗਏ ਤੇ ਉਹਨਾਂ ਨੇ ਉਹ ਸੂਬਾ ਜ਼ਿਲ੍ਹਾ ਉਧਰ ਪਾ ਦਿੱਤਾ ਮਗਰਬੀ ਪੰਜਾਬ 'ਚ। ਇਹ ਗੱਲ ਅਸੈਂਬਲੀ ਦੀ ਕਾਰਵਾਈ 'ਚ ਵੀ ਲਿਖੀ ਹੈ। ਜਿਹੜਾ ਜਸਟਿਸ ਮੁਨੀਰ ਸੀ ਉਹਨੇ ਟਾਈਮਜ਼ ਆਫ ਪਾਕਿਸਤਾਨ ਅਖਬਾਰ 'ਚ ਆਰਟੀਕਲ ਵੀ ਲਿਖਿਆ ਸੀ 1964 ਵਿੱਚ, ਜਾ ਕੇ ਪੜ੍ਹ ਲਓ, ਅਕਤੂਬਰ ਨਵੰਬਰ ਦਾ ਹੋਏਗਾ ਮੇਰੇ ਖਿਆਲ 'ਚ। ਜਸਟਿਸ ਮੁਨੀਰ ਵੀ ਉਸ ਬਾਉਂਡਰੀ ਕਮਿਸ਼ਨ ਦਾ ਮੈਂਬਰ ਸੀ। ਉਹ ਕਹਿੰਦਾ ਜਿਸ ਵੇਲੇ ਇਹਨਾਂ ਨੇ ਬੇਗੈਰਤਾਂ ਨੇ ਸਾਡੇ ਸਾਹਮਣੇ ਆ ਕੇ ਆਪਣਾ ਅਲੱਗਾ ਮੈਮੋਰੈਂਡਮ ਪੇਸ਼ ਕੀਤਾ ਤੇ ਸਾਨੂੰ ਬੜੀ ਐਮਬੈਰਸਮੈਂਟ ਹੋਈ, ਯਾਨੀ ਕਿ ਸ਼ਰਮ ਨਾਲ ਸਾਡਾ ਸਿਰ ਝੁਕ ਗਿਆ ਕਿ ਇਹ ਜਿਹੜੇ ਆਸਤੀਨ ਦੇ ਸੱਪ ਨੇ ਇਹ ਤੇ ਕਹਿ ਰਹੇ ਨੇ ਅਸੀਂ ਮੁਸਲਮਾਨਾਂ ਤੋਂ ਲਹਿਦਾ ਵਾਂ। ਅਸੀਂ ਤਾਂ ਸਮਝਦੇ ਸੀ ਮੌਲਵੀਆਂ ਨੇ ਤੇ ਫਤਵੇ ਦਿੱਤੇ ਨੇ ਤੇ ਮੁਸਲਮਾਨਾਂ ਦਾ ਹਿੱਸਾ ਨੇ। ਕਹਿੰਦਾ ਕਿ ਸਾਡਾ ਤਾਂ ਸ਼ਰਮ ਨਾਲ ਬੜਾ ਸਿਰ ਝੁਕ ਗਿਆ। ਮਾਰਲ ਇਹਨਾਂ ਨੇ ਲਹਿਦਾ ਮੈਮੋਰੈਂਡਮ ਪੇਸ਼ ਕੀਤਾ ਔਰ ਫਿਰ ਮੁਸਲਿਮ ਲੀਗ ਦੇ ਟਾਈਮ 'ਚ ਪੇਸ਼ ਕੀਤਾ। ਕੌਣ ਨੇ ਭਾਈ? ਮੁਸਲਮਾਨਾਂ ਦੇ ਟਾਈਮ ਵਿੱਚੋਂ ਇਹਨਾਂ ਨੇ ਅਲੱਗਾ ਮੈਮੋਰੈਂਡਮ ਪੇਸ਼, ਜਿਹੜਾ ਮੁਸਲਿਮ ਲੀਗ ਦਾ ਟਾਈਮ, ਅਗਰ ਉਹ ਟਾਈਮ ਮੁਸਲਿਮ ਲੀਗ ਦਾ ਮੁਕੰਮਲ ਇਸਤੇਮਾਲ ਕਰਦਾ, ਜਿਸ ਕੰਮ ਵਾਸਤੇ ਇਹਨੂੰ ਮੈਂਡੇਟ ਮਿਲਿਆ ਸੀ ਮੁਹੰਮਦ ਅਲੀ ਜਿਨਾਹ ਨੇ, ਜਿਸ ਕੰਮ ਵਾਸਤੇ ਇਹਨੂੰ ਮੈਂਡੇਟ ਦੇ ਕੇ ਬਾਉਂਡਰੀ ਕਮਿਸ਼ਨ ਦੇ ਸਾਹਮਣੇ ਭੇਜਿਆ ਸੀ, ਅਗਰ ਇਹ ਉੱਥੇ ਮੁਸਲਿਮ ਲੀਗ ਦਾ ਟਾਈਮ ਸਿਰਫ ਮੁਸਲਿਮ ਲੀਗ ਵਾਸਤੇ ਸਰਵ ਕਰਦਾ ਤੇ ਬਿਹਤਰ ਪਰਫਾਰਮ ਕਰ ਲੈਂਦਾ ਨਾ। ਇੱਕ ਬੱਚਾ ਹੈ, ਉਹਨੂੰ ਪਰਚਾ ਹੱਲ ਕਰਨ ਵਾਸਤੇ 3 ਘੰਟੇ ਦਿੱਤੇ ਗਏ ਨੇ। ਅਗਰ ਉਹ 3 ਘੰਟਿਆਂ 'ਚੋਂ 2.5 ਘੰਟੇ ਪਰਚੇ ਤੇ ਲਾਉਂਦਾ ਤੇ ਅੱਧਾ ਘੰਟਾ ਜਿਹੜਾ ਹੈ ਉਹ ਕਿਸੇ ਹੋਰ ਤਿਆਰੀ ਤੇ ਲਾ ਦਿੰਦਾ ਹੈ, ਮੁਸ਼ਰਤੀ ਲੂਮ ਖੋਲ ਕੇ ਬਹਿ ਜਾਂਦਾ ਹੈ ਜਾਂ ਕੋਈ ਸਾਇੰਸ ਖੋਲ ਕੇ ਬਹਿ ਜਾਂਦਾ ਆਪਣੀ, ਉਹਨੇ ਅੱਧਾ ਘੰਟਾ ਜ਼ਾਇਆ ਕਰਤਾ ਨਾ। ਇਹਦੀ ਬਜਾਏ ਜਿਹੜਾ ਉਹਨੇ ਪਰਚਾ ਹੱਲ ਕੀਤਾ ਹੈ ਉਹਨੂੰ ਰੀਚੈਕ ਕਰ ਲਵੇ ਜਾਂ ਉਹਨੂੰ ਆਰਾਮ ਨਾਲ ਕਰ ਲਵੇ, ਸਵਾਰ ਕੇ ਕਰ ਲਵੇ, ਉਹਦੇ ਨੰਬਰ ਜ਼ਿਆਦਾ ਆ ਜਾਣਗੇ। ਲੇਕਿਨ ਸਾਡੇ ਐਸੇ ਅਨਪੜ੍ਹ ਤੇ ਜਾਹਿਲ ਕਈ ਲੀਡਰ ਬਣੇ ਨੇ ਉੱਥੇ। ਪਰਵੇਜ਼ ਰਸ਼ੀਦ ਅਗਲੇ ਦਿਹਾੜੇ ਮੈਂ ਵੇਖੀ ਇੱਕ ਵੀਡੀਓ ਆਕੇ ਪਿਆ, ਬੜੀ ਚੌਧਰੀ ਜ਼ਫਰੁੱਲਾ ਨੇ ਬੜੀ ਪਰਫਾਰਮੈਂਸ ਵਹਾਈ ਉੱਥੇ ਬਾਉਂਡਰੀ ਕਮਿਸ਼ਨ ਦੇ ਸਾਹਮਣੇ, ਛਣਕਣਾ ਪਰਫਾਰਮੈਂਸ ਵਹਾਈ ਸੋ ਬਾਉਂਡਰੀ ਕਮਿਸ਼ਨ ਦੇ ਸਾਹਮਣੇ ਜਾ ਕੇ। ਮੁਸਲਿਮ ਲੀਗ ਦੇ ਟਾਈਮ ਵਿੱਚ ਮਰਜ਼ਾਈਆਂ ਦਾ ਮੈਮੋਰੈਂਡਮ, ਆਪਣੀ ਜਮਾਤ ਦਾ ਮੈਮੋਰੈਂਡਮ ਪੇਸ਼ ਪਿਆ ਕਰਦਾ। ਜੇ ਤੈਨੂੰ ਨਹੀਂ ਪਤਾ ਤੇ ਤੂੰ ਜਾ ਕੇ ਅਸੈਂਬਲੀ ਦੀ ਕਾਰਵਾਈ ਪੜ੍ਹ ਲੈ ਕਮ ਅਜ਼ ਕਮ। ਲੇਕਿਨ ਨਹੀਂ, ਕਿਉਂਕਿ ਮਰੀਮ ਨਵਾਜ਼ ਨਾਲ ਫੋਨ ਤੇ ਗੱਲ ਹੁੰਦੀ ਹੈ, ਨਵਾਜ਼ ਸ਼ਰੀਫ ਦਾ ਚੇਤਾ ਹੈ ਤੇ ਬੜਾ ਜਨਾਬ ਪਹੁੰਚਿਆ ਲੀਡਰ ਹੈ, ਬਸ ਨਾ ਤਾਰੀਖ ਦਾ ਪਤਾ, ਨਾ ਹਕਾਇਕ ਦਾ ਪਤਾ, ਨਾ ਕਦੇ ਕੋਈ ਕਿਤਾਬ ਪੜ੍ਹੀ, ਨਾ ਕਦੇ ਕਿਸੇ ਬੰਦੇ ਨੂੰ ਮਿਲਿਆ। ਜਸਟਿਸ ਮੁਨੀਰ ਨੂੰ ਮਿਲ ਲੈਂਦਾ। 12 ਮੇਰਾ ਕਹਿਣ ਦਾ ਮਕਸਦ ਇਹ ਵੇ ਕਿ ਸਾਡੇ ਵੀ ਕਈ ਲੀਡਰ ਐਸੇ ਨੇ ਜਿਹੜੇ ਨਾਬਲਦ ਨੇ, ਤਾਰੀਖੀ ਹਕਾਇਕ ਤੋਂ ਬਿਲਕੁਲ ਨਾ ਵਾਕਿਫ ਨੇ, ਲੇਕਿਨ ਉਹਨਾਂ ਨੂੰ ਸ਼ੌਕ ਹੈ ਮਾਈਕ ਲੈ ਕੇ ਬੋਲਣ ਦਾ। ਨੁਮਾਇੰਦੇ ਨੇ ਅੱਗੇ ਮਾਈਕ ਕੱਟ ਛੜਿਆ ਤੇ ਇਹਨਾਂ ਨੇ ਆਣਾ ਸ਼ੁਰੂ ਕਰਤਾ ਜੀ ਚੌਧਰੀ ਜ਼ਫਰੁੱਲਾ ਨੇ ਬੜੀ ਕਾਰਕਰਦਗੀ ਭਾਈ ਉੱਥੇ ਬਾਉਂਡਰੀ ਕੀ ਕਿਹੜੀ ਕਾਰਕਰਦਗੀ ਭਾਈ ਸੋ ਮੁਸਲਮਾਨਾਂ ਦੇ ਕੇਸ ਦਾ ਬੇੜਾ ਗਰਕ ਕਰ ਛੜਿਆ ਸੋ। ਜਿਹੜਾ ਗੁਰਦਾਸਪੁਰ ਜ਼ਿਲ੍ਹਾ ਹੈ ਉਹ ਇਹਨਾਂ ਮਰਜ਼ਾਈਆਂ ਦੀ ਵਜ੍ਹਾ ਤੋਂ ਕੱਟਣ ਹੋਇਆ, ਇਸ ਬੰਦੇ ਦੀ ਵਜ੍ਹਾ ਤੋਂ ਕੱਟਣ ਹੋਇਆ। ਅਗਰ ਇਨਸਾਨ ਦੇ ਬੱਚਿਆਂ ਵਾਲਾ ਬਿਹੇਵ ਕਰਦੇ ਔਰ ਉਹ ਗੁਰਦਾਸਪੁਰ ਜ਼ਿਲ੍ਹੇ ਨੂੰ 51% ਪਾਪੂਲੇਸ਼ਨ ਨੂੰ ਨਾ ਤੋੜਦੇ, ਆਪਣੀ 2% ਜਿਹੜੀ ਪਾਪੂਲੇਸ਼ਨ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ, ਉਹਨੂੰ ਅਲੱਗਾ ਨਾ ਕਰਦੇ, ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਦਾ ਹਿੱਸਾ ਬਣਦਾ। ਤੇ ਮੈਨੂੰ ਦੱਸੋ ਕਿ ਜਿਹੜਾ ਇੰਡੀਆ ਨੇ ਕਸ਼ਮੀਰ ਕਿੰਝ ਜਾਣਾ ਸੀ? ਜਿਸ ਤਰ੍ਹਾਂ ਅਸੀਂ ਬੰਗਲਾਦੇਸ਼ ਜਾਂਦੇ ਸੀ ਨਾ ਬਹਿਰੀ ਜਹਾਜ਼ ਦੇ ਜ਼ਰੀਏ ਜਾਂ ਹਵਾਈ ਜਹਾਜ਼ ਦੇ ਜ਼ਰੀਏ, ਇੰਡੀਆ ਨੇ ਵੀ ਕਸ਼ਮੀਰ ਜਾਣ ਵਾਸਤੇ ਹਵਾਈ ਜਹਾਜ਼ ਇਸਤੇਮਾਲ ਕਰਨਾ ਸੀ। ਤੇ ਜੇ ਹਵਾਈ ਜਹਾਜ਼ ਤੇ ਜਾਈਏ ਤੇ ਕਸ਼ਮੀਰ ਦਾ ਮਸਲਾ ਕੰਟਰੋਲ ਹੋ ਸਕਦਾ ਸੀ ਉਹਨਾਂ ਕੋਲੋਂ। 48 ਚ ਆਜ਼ਾਦ ਹੋ ਜਾਣਾ ਸੀ ਕਸ਼ਮੀਰ ਸਾਰਾ, 48 ਚ ਨਹੀਂ ਤੇ 65 ਚ ਹੋ ਜਾਣਾ ਸੀ, ਜ਼ਿਆਦਾ ਇੰਨਾ ਹੀ ਹੋਣਾ ਸੀ। ਲੇਕਿਨ ਕਿਉਂਕਿ ਉਹਨਾਂ ਨੂੰ ਜ਼ਮੀਨੀ ਸਰਹੱਦ ਗੁਰਦਾਸਪੁਰ ਵਾਲੀ ਇਹਨਾਂ ਲਵਾਈ ਤੇ ਉਹਦੇ ਨਤੀਜੇ ਦੇ ਵਿੱਚ ਉਹਨਾਂ ਨੇ 10 ਲੱਖ ਫੌਜ ਉੱਥੇ ਪਾਈ ਹੈ, ਸੁੱਟੀ ਹੈ ਕਸ਼ਮੀਰ ਦੇ ਵਿੱਚ।
ਕੁਸਕਣ ਨਹੀਂ ਦਿੰਦੇ ਕਿਸੇ ਮੁਸਲਮਾਨ ਨੂੰ। ਜਿਹੜੇ ਮੁਸਲਮਾਨ ਉੱਥੋਂ ਆਜ਼ਾਦੀ ਚਾਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਚੁੱਕ ਚੁੱਕ ਕੇ ਜ਼ਿਬਾ ਕਰੀ ਆਉਂਦੇ ਨੇ। ਸਿਰਫ ਇਹਨਾਂ ਦੀ ਵਜ੍ਹਾ ਇਹਨਾਂ ਮਰਜ਼ਾਈਆਂ ਉਹਨਾਂ ਦੇ ਬੱਚੇ ਜ਼ਿਬਾ ਕਰਵਾਏ ਨੇ। ਅਲੱਗਾ ਆਪਣਾ ਮੈਮੋਰੈਂਡਮ ਪੇਸ਼ ਕਰਕੇ ਗੁਰਦਾਸਪੁਰ ਜ਼ਿਲ੍ਹਾ ਕਟਵਾ ਕੇ ਇਹਨਾਂ ਕਸ਼ਮੀਰੀਆਂ ਦੇ ਬੱਚੇ ਜ਼ਿਬਾ ਕਰਵਾਏ ਨੇ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਲਓ, ਤਰੀਕ ਹੈ ਜੇ, ਜਾਂ ਪੜ੍ਹ ਲਓ ਤੇ ਜਾਂ ਬੜਬੜ ਨਾ ਕਰੋ ਉਹਦੇ ਉੱਤੇ ਮਾਈਕ ਦੇ ਉੱਤੇ ਚੜ੍ਹ ਕੇ। ਭੈੜੇ ਰੋਣ ਨਾਲ ਚੁੱਪ ਚੰਗੇ ਜਾਂਦੇ ਨਹੀਂ। ਜੇ ਚੱਜ ਦੀ ਗੱਲ ਨਹੀਂ ਕਰਨੀ ਆਉਂਦੀ ਉਹਦੀ ਬਜਾਏ ਚੁੱਪ ਕਰ ਰਹੋ, ਥੱਲੇ ਬਹਿ ਕੇ ਸੁਣ ਲਓ। ਗਲਤ ਗੱਲ ਕਰਨ ਨਾਲੋਂ ਨਾ ਕਰਨੀ ਚੰਗੀ ਹੈ ਨਾ, ਖਾਮੋਸ਼ੀ ਬਿਹਤਰ ਹੈ ਨਾ। ਇਹ ਤਾਰੀਖੀ ਹਕੀਕਤ ਜੇ। ਇਹ ਦੱਸੋ ਬੱਚਿਆਂ ਨੂੰ ਕਿ ਉੱਥੇ ਮੁਹੰਮਦ ਅਲੀ ਜਿਨਾਹ ਨੇ ਇਹਨੂੰ ਜ਼ਫਰੁੱਲਾ ਨੂੰ ਆਖਿਆ ਵੀ ਤੂੰ ਮੁਸਲਿਮ ਲੀਗ ਦਾ ਕੇਸ ਪੇਸ਼ ਕਰਨਾ ਉਹਦੇ ਅੱਗੇ ਬਾਉਂਡਰੀ ਕਮਿਸ਼ਨ ਦੇ ਸਾਹਮਣੇ। ਇਸ ਦਯੂਸ ਨੇ ਜਾ ਕੇ ਇਹ ਵੇਖੇ, ਹੁਣ ਇਹ ਮੈਂ ਤਾਂ ਲਫ਼ਜ਼ ਆਖਿਆ ਤੇਰੀ ਇਸ ਬਕਵਾਸ ਦੀ ਵਜ੍ਹਾ ਜਿਹੜਾ ਤੂੰ ਥੱਲੇ ਕੀਤਾ ਹੈ। ਜਿੰਨੀਆਂ ਗਾਲਾਂ ਕੱਢੇਂਗੇ ਨਾ, ਮਿਰਜ਼ਾ ਕਾਦੀਆਨੀ ਕਹਿੰਦਾ ਸੀ ਇਨਮਾ ਨਰੁੱਦ ਸਬ ਸਾਬੀਨਾ ਅਲਾ ਵਜੂਹਿਮ, ਜਿੰਨੀਆਂ ਗਾਲਾਂ ਪੁੱਤਰ ਕੱਢੇਂਗਾ ਉਹਨੀਆਂ ਮੈਂ ਤੇਰੇ ਮੂੰਹ ਦੇ ਉੱਤੇ ਮਾਰਾਂਗਾ। ਇਹ ਮਿਰਜ਼ਾ ਕਾਦੀਆਨੀ ਦਾ ਅਸੂਲ ਹੀ। ਟੈਪ ਟੈਪ ਕਰ ਥੱਲੇ ਬਹਿ ਕੇ ਆਓ, ਤੇ ਜਿਹੜੀ ਗਾਲ ਕੱਢੇਂਗੇ ਵਾਪਸ ਲੱਭੇਗੀ ਆ, ਬਲਕਿ ਤੇਰੇ ਤੇ ਨਹੀਂ ਆਏਗੀ, ਤੇਰੇ ਵੱਡੇ ਤੇ ਜਾਏਗੀ। ਫਿਰ ਜਾ ਕੇ ਰੋਈ ਸੈਣੀ ਸਾਹਿਬ ਦੀ ਬਰਾੜ ਤੇ। ਉਹ ਮੁਹੰਮਦ ਅਲੀ ਜਿਨਾਹ ਨੇ ਇਹਨੂੰ ਜਿਹੜਾ ਆਪਣੇ ਨਾਂ ਨਾਲ ਚੌਧਰੀ ਲਿਖਦਾ ਸੀ, ਵੇਖੋ ਪਹਿਲਾਂ ਇਹਨੂੰ ਆਪਣੀ ਚੁਧਰਾਹਟ ਤੇ ਵੀ ਸ਼ੱਕ ਸੀ। ਮੈਨੂੰ ਲੋਕਾਂ ਨੂੰ ਇਹ ਜਿੰਨੇ ਮਰਜ਼ਾਈ ਨੇ ਇਹ ਆਪਣੀਆਂ ਜ਼ਾਤਾਂ ਨੂੰ ਜ਼ਿਆਦਾ ਕਾਊਂਟ ਕਰਦੇ ਨੇ। ਕਿਸੇ ਦੇ ਨਾਲ ਜੱਟ ਲਿਖਿਆ ਹੋਇਆ, ਕਿਸੇ ਦੇ ਨਾਲ ਵੜੈਚ ਲਿਖਿਆ ਹੋਇਆ, ਕਿਸੇ ਦਾ ਨਾਂ ਚੀਮਾ ਲਿਖਿਆ ਹੋਇਆ, ਕਿਸੇ ਦਾ ਨਾਂ ਚੱਠਾ ਲਿਖਿਆ ਹੋਇਆ। ਕਿਉਂ ਲਿਖਦੇ ਨੇ? ਇਸ ਗੱਲੇ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਚੰਗੇ ਭਲੇ ਖਾਨਦਾਨ ਬਰਾਦਰੀ ਦੇ, ਸਾਡਾ ਮਿਸਬਿਹੇਵ ਨਾ ਕੀਤਾ ਜਾਏ। ਇਸ ਗੱਲੇ ਲਿਖਦੇ ਨੇ। ਇਹ ਜ਼ਫਰੁੱਲਾ ਵੀ ਤਾਂ ਹਾਂ ਬਿਲਕੁਲ, ਇਹ ਬੜੀ ਕਾਮਨ ਗੱਲ ਹੈ। ਜੱਟ ਬਹੁਤ ਲਿਖਦੇ ਨੇ, ਜੱਟ। ਸਾਨੂੰ ਪੁੱਛ ਲਿਓ ਅਸੀਂ ਚੌਧਰੀ ਜੇ। ਬਹਰਹਾਲ ਉਹ ਮੁਹੰਮਦ ਅਲੀ ਜਿਨਾਹ ਨੇ ਇਹਨੂੰ ਭੇਜਿਆ ਸੀ ਉੱਥੇ ਕਿ ਤੂੰ ਮੁਸਲਿਮ ਲੀਗ ਦਾ ਕੇਸ ਰਿਪਰੈਜ਼ੈਂਟ ਕਰਨਾ ਹੈ। ਇਹ ਦਹੇਜ 'ਚ ਲੱਭ ਗਿਆ, ਕਿਸਮਤ ਮਾੜੀ। ਉਹਨੇ ਆਖਿਆ ਨੇ ਬੱਕਰਿਆ ਤੇਰੇ ਨਸੀਬ ਚੰਗੇ ਹੁੰਦੇ, ਤੇਰੀ ਬੇਬੇ ਹੀ ਨਾ ਮਰਦੀ। ਇਹ ਬੋਰਡ ਆਫ ਲਾ ਦਾ ਕੋਈ ਮੈਂਬਰ ਸੀ ਤੇ ਮੁਹੰਮਦ ਅਲੀ ਜਿਨਾਹ ਨੇ, ਉਹਨੂੰ ਤਾਂ ਪਤਾ ਕੋਈ ਨਹੀਂ ਆ। ਮੁਹੰਮਦ ਅਲੀ ਜਿਨਾਹ ਤੇ ਆਪਣਾ ਵੀ ਨਹੀਂ ਪਤਾ ਮੈਂ ਸ਼ੀਆ ਆ, ਉਹਦੇ ਸ਼ੀਆ ਦੇ ਘਰ ਪੈਦਾ, ਲੇਕਿਨ ਉਹਨੂੰ ਕੋਈ ਮਜ਼ਹਬ ਨਾਲ ਜ਼ਿਆਦਾ ਇੱਕ ਮੋਡਰੇਟ ਕਿਸਮ ਦਾ ਬੰਦਾ ਸੀ। ਤੇ ਦੂਜਾ ਹੈ ਕਿ ਡਿਪਲੋਮੈਟ ਸੀ। ਇਹੋ ਜਿਹੇ ਬੰਦੇ ਜਿਹੜੇ ਮਜ਼ਹਬ 'ਚ ਘੱਟ ਇੰਟਰਸਟਿਡ ਹੁੰਦੇ ਨੇ। ਤੇ ਉਹਨੂੰ ਇਹ ਕੋਈ ਦਿਲਚਸਪੀ ਨਹੀਂ ਸੀ ਕਿ ਮਰਜ਼ਾਈ ਉਹਨੇ ਤਾਂ ਕਿ ਮਰਜ਼ਾਈ ਵੀ ਮੁਸਲਮਾਨ ਹੀ ਰਹਿੰਦੇ ਨੇ। ਤੇ ਮੁਹੰਮਦ ਅਲੀ ਜਿਨਾਹ ਨੇ ਇਹਨੂੰ ਦਹੇਜ 'ਚ ਲੈ ਕੇ ਤੇ ਉਹ ਕਰ ਦਿੱਤਾ ਵੀ ਲੈ ਵੀ ਆ ਦਹੇਜ 'ਚ ਲੈ ਸਾਨੂੰ, ਚੱਲ ਜਾ ਤੂੰ ਜਾ ਕੇ ਰਿਪਰੈਜ਼ੈਂਟ ਕਰ ਉੱਥੇ। ਹਾਲਾਂਕਿ ਕਿਸੇ ਹੋਰ ਨੂੰ ਕਰ ਦੇਣਾ ਚਾਹੀਦਾ ਸੀ ਅੱਗੇ। ਇਹਨੂੰ ਕੀਤਾ ਜਿਹਨੇ ਨਾਂ ਨਾਲ ਆਪਣੇ ਨਾਲ ਚੌਧਰੀ ਲਿਖਿਆ। ਤੇ ਇਹਨੇ ਜਿਹਨੂੰ ਆਪਣੀ ਚੁਧਰਾਹਟ ਤੇ ਸ਼ੱਕ ਸੀ, ਇਹਨੇ ਗੁਰਦਾਸਪੁਰ ਜ਼ਿਲ੍ਹਾ ਸਾਡੇ ਤੋਂ ਲਹਿਦਾ ਕਰਵਾਇਆ ਤੇ ਇਹਨੇ ਮੁਸਲਮਾਨਾਂ ਦੇ ਬੱਚੇ ਜ਼ਿਬਾ ਕਰ। ਇਹ ਵੇਖੋ ਇਰਫਾਨ ਜੱਟ ਨਾਂ ਨਾਲ ਲਿਖਿਆ ਜੱਟ। ਤੂੰ ਜੱਟ ਹੀ ਹੈ ਭਾਈ, ਅਸੀਂ ਤੈਨੂੰ ਕੰਮੀ ਨਹੀਂ ਆਖਣ ਲੱਗੇ, ਤੈਨੂੰ ਕੋਈ ਗਾਲ ਨਹੀਂ ਕੱਢਣ ਲੱਗੇ। ਬੜੀ ਤੁਹਾਡੀ ਇੱਜ਼ਤ ਹੈ, ਬੜੇ ਤੁਸੀਂ ਚੌਧਰੀ ਹੋ ਯਾਰ, ਅਸੀਂ ਤੁਹਾਨੂੰ ਕੱਖ ਨਹੀਂ ਆਦੇ, ਸਾਡੀ ਕੀ ਜ਼ਰੂਰਤ ਹੈ। ਤੁਸੀਂ ਹੈ ਹੀ ਬਹੁਤ ਵੱਡੀ ਤਾਕਤਵਰ ਕੌਮ ਹੋ। ਇਸ ਵਕਤ ਤੋਤੀ ਬੋਲਦਾ ਤੁਹਾਡਾ ਪੂਰੀ ਦੁਨੀਆ ਦੇ ਉੱਤੇ। ਬਹਰਹਾਲ ਇਹਨੂੰ ਆਖਿਆ ਤੂੰ ਮੁਸਲਿਮ ਲੀਗ ਦਾ ਕੇਸ ਉੱਥੇ ਪੇਸ਼ ਕਰਨਾ ਹੈ। ਇਹਨੇ ਜਾ ਕੇ ਉੱਥੇ ਆਪਣੀ ਡਫਲੀ ਵਜਾਣੀ ਸ਼ੁਰੂ ਕਰ ਦਿੱਤੀ, ਮਰਦਾਈਆਂ ਦਾ ਕੇਸ ਪੇਸ਼ ਕਰਨਾ ਸ਼ੁਰੂ ਕਰਤਾ। ਜਦੋਂ ਅਸੈਂਬਲੀ ਦੇ ਵਿੱਚ ਪੁੱਛਿਆ ਇਹਨਾਂ ਦੇ 3 ਨੰਬਰ ਖਲੀਫਾ ਨੂੰ, ਭਾਈ ਉਹ ਜ਼ਫਰੁੱਲਾ ਨੇ ਆਪਣਾ ਮੈਮੋਰੈਂਡਮ ਕਿਉਂ ਪੇਸ਼ ਕੀਤਾ ਉੱਥੇ ਬਾਉਂਡਰੀ ਕਮਿਸ਼ਨ ਦੇ ਸਾਹਮਣੇ? ਬਾਉਂਡਰੀ ਕਮਿਸ਼ਨ ਇੱਕ ਬਣਿਆ ਹੈ ਜਿਹਨੇ ਬਾਉਂਡਰੀ ਦਾ ਤਯਨ ਕਰਨਾ ਹੈ ਕਿ ਵਾਹਗਾ ਬਾਰਡਰ ਤੋਂ ਲੈ ਕੇ ਉਹ ਕੀ ਨਾ ਉਹਦਾ ਮਨਾਵਰ ਮੋੜ ਹੈ ਜਿੱਥੇ ਕਸ਼ਮੀਰ ਦਾ ਖਤਮ ਹੁੰਦਾ, ਕੋਈ ਸਿਆਲਕੋਟ ਤੋਂ ਸ਼ੁਰੂ ਹੁੰਦਾ ਜਿਹੜਾ ਏਰੀਆ, ਉੱਥੋਂ ਲੈ ਕੇ ਤੇ ਲਾਹੌਰ ਤੇ ਵਾਹਗਾ ਬਾਰਡਰ ਤੇ ਅੱਗੇ ਥੋੜ ਰਾਜਸਥਾਨ ਹੈ ਜਿਹੜਾ ਸਾਡਾ ਸਿੰਧ ਵਾਲਾ ਏਰੀਆ, ਉਹਨੇ ਲੈਣ ਖਿੱਚਣੀ ਸੀ ਕਿ ਇਹ ਬਾਉਂਡਰੀ ਬਣਾਉਣੀ ਹੈ, ਇਹਦੇ ਤੋਂ ਪਰਾਂ ਪਾਕਿਸਤਾਨ ਤੇ ਉਰਾਂ ਇੰਡੀਆ। ਉਸ ਬਾਉਂਡਰੀ ਕਮਿਸ਼ਨ ਦੇ ਸਾਹਮਣੇ ਇਹਨੇ ਤੇ ਜਾ ਕੇ ਦੱਸਣਾ ਸੀ ਕਿ ਬਈ ਇਹ ਜ਼ਿਲ੍ਹੇ ਜਿਹੜੇ ਨੇ ਇਹਨਾਂ 'ਚ ਇਹ ਪਾਪੂਲੇਸ਼ਨ ਹੈ ਮੁਸਲਿਮ ਲੀਗ ਦੇ, ਇਹ ਵੋਟ ਨੇ, ਇਹ ਵੇਖੋ ਸਾਡੀ ਇੰਨੀ ਮੁਸਲਿਮ ਲੀਗ ਦੀ ਉੱਥੇ ਰਿਪਰੈਜ਼ੈਂਟੇਸ਼ਨ ਹੈ। ਇਹ ਜ਼ਿਲ੍ਹੇ ਜਿਹੜੇ ਨੇ ਇਹ ਸਾਰੇ ਪੰਜਾਬ ਵਾਲੇ ਆ, ਪੰਜਾਬ 'ਚ ਸ਼ਾਮਿਲ ਕੀਤੇ ਜਾਣ, ਸਿੰਧ ਵਾਲੇ ਸਿੰਧ 'ਚ ਸ਼ਾਮਿਲ ਕੀਤੇ ਜਾਣ, ਬੰਗਾਲ ਵਾਲੇ ਬੰਗਾਲ 'ਚ ਸ਼ਾਮਿਲ ਕੀਤੇ ਜਾਣ। ਉਹ ਜਿਹੜਾ ਇਹਦੇ ਕੋਲ ਟਾਈਮ ਸੀ, ਫਰਜ਼ ਕਰ ਲਓ 3 ਘੰਟੇ ਟਾਈਮ ਸੀ, ਮੈਨੂੰ ਐਗਜ਼ੈਕਟ ਇਸ ਵੇਲੇ ਅਸਬਰ ਨਹੀਂ ਕਿ ਕਿੰਨਾ ਟਾਈਮ ਮੁਸਲਿਮ ਲੀਗ ਦਾ ਕਿੰਨਾ ਟਾਈਮ ਸੀ, ਕਾਂਗਰਸ ਦਾ ਕਿੰਨਾ ਟਾਈਮ ਸੀ, ਦੀਗਰ ਜਮਾਤਾਂ ਦਾ ਕਿੰਨਾ ਟਾਈਮ ਸੀ। ਇਹ ਮੁਸਲਿਮ ਲੀਗ ਦਾ ਜਿਹੜਾ 3 ਘੰਟੇ
ਟਾਈਮ ਸੀ, ਉਹਦੇ 'ਚ ਜਾ ਕੇ ਇਹਨੇ ਆਪਣਾ ਕੋਈ ਘੰਟਾ ਅੱਧਾ ਮੁੰਨਾ ਆਪਣਾ ਵਿੱਚ ਰਿੜਕਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਵੀ ਵਿੱਚ ਗਿਣੋ ਜੀ, ਮੈਂ ਵੀ ਆ ਜਾ ਜੀ, ਸਾਡਾ ਵੀ ਕੋਈ ਕਰੋ ਜੀ, ਸਾਡਾ ਵੀ ਕੋਈ ਦਾਲ ਦਲੀਆ ਕਰੋ। ਉਹਨਾਂ ਆਖਿਆ ਇਹਨਾਂ ਦੇ 3 ਨੰਬਰ ਖਲੀਫਾ ਨੂੰ ਅਸੈਂਬਲੀ 'ਚ, ਇਹ ਕੀ ਚਵਲ ਮਾਰੀ ਤੁਹਾਡੇ ਦੇ ਜ਼ਫਰੁੱਲਾ ਨੇ ਉੱਥੇ? ਤੇ ਕਹਿੰਦਾ ਮੈਂ ਤੁਹਾਨੂੰ ਕੱਲ ਜਵਾਬ ਦੇਵਾਂਗਾ, ਅੱਜ ਮੈਨੂੰ ਪਤਾ ਨਹੀਂ ਗੱਲ ਦਾ। ਇਹ ਮਿਰਜ਼ਾ ਨਾਸਰ ਕਹਿੰਦਾ ਆਂਦਾ ਚਲੋ, ਹਾਲਾਂਕਿ ਉਹਨੂੰ ਪਤਾ ਹੈ, ਉਹ ਖੁਦ ਜਸਟਿਸ ਮਨੀਰ ਨੂੰ ਵੀ ਮਿਲੇ ਹੈ, ਉਹ ਜਾਣਦਾ ਹੈ ਜਸਟਿਸ ਮਨੀਰ 1968 ਚ ਫੌਤ ਹੋਇਆ ਤੇ ਇਹ ਕਾਰਵਾਈ 74 ਦੀ 6 ਸਾਲ ਬਾਅਦ ਦੀ। ਤੇ ਜਸਟਿਸ ਮਨੀਰ ਨੇ ਵੀ ਆਹੀ ਗੱਲ ਲਿਖੀ 64 ਵਿੱਚ। ਇਹ ਕੋਈ ਬੱਚਾ ਤੇ ਨਹੀਂ ਸੀ। ਇਹ ਮਿਰਜ਼ਾ ਨਾਸਰ ਜਿਹੜਾ, ਇਹ ਪਤਾ ਕਦੋਂ ਪੈਦਾ ਹੋਇਆ? 1907 ਵਿੱਚ ਜਿਹੜੀ ਹਕੀਕਤ ਲਵਈ ਲਿਖੀ ਨਾ ਮਿਰਜ਼ਾ ਕਾਦੀਆਨੀ ਨੇ, ਉਹਦੇ ਚ ਉਹਨੇ ਜ਼ਿਕਰ ਕੀਤਾ ਹੈ ਕਿ ਮੈਨੂੰ ਪੋਤਰਾ ਲੱਭਾ, ਬਸ਼ੀਰੁੱਦੀਨ ਮਹਿਮੂਦ ਅਹਿਮਦ ਦੇ ਘਰ ਇੱਕ ਮੁੰਡਾ ਹੋਇਆ ਤੇ ਇਹ ਉਹਦਾ ਮੁਬਾਰਕ ਅਹਿਮਦ ਦਾ ਨੇਮਲ ਬਦਲ ਹੈ। ਇਹ ਉਹ ਮੁੰਡਾ ਜਿਹੜਾ ਜਿਹਦੀ ਮੈਂ ਪੇਸ਼ਗੋਈ ਕੀਤੀ, ਉਹ ਵੀ ਮਰ ਗਿਆ ਸੀ, ਮਿਰਜ਼ਾ ਨਸੀਰ ਵੀ, ਜਿਹਦੇ ਉੱਤੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਉਂਗਲੀ ਰੱਖੀ ਹੈ ਨਾ ਵੀ ਇਹ ਉਹ ਮੁੰਡਾ ਜਿਹਦੇ ਬਾਰੇ ਮੈਂ ਪੇਸ਼ਗੋਈ, ਉਹ ਬੱਚਾ ਨਹੀਂ ਹੈ, ਉਹ ਇਹਦੇ ਤੋਂ ਵੱਡਾ ਸੀ। ਮਿਰਜ਼ਾ ਨਾਸਰ ਤੋਂ ਉਹ ਵੱਡਾ ਸੀ, ਉਹਦੇ ਤੋਂ ਫੌਰਨ ਬਾਅਦ ਇਹ ਪੈਦਾ ਹੋਇਆ, ਯਾਨੀ 7 ਚੋਂ ਪੈਦਾ ਹੋਇਆ, 3 ਮਹੀਨੇ ਪਹਿਲਾਂ ਹਕੀਕਤ ਲਵਈ ਮਈ 'ਚ ਛੱਪੀ ਹੈ, ਉਹ ਮੇਰੇ ਹਾਲ ਪਤਾ ਨਹੀਂ ਜਨਵਰੀ ਫਰਵਰੀ 'ਚ ਪੈਦਾ ਹੋਇਆ ਹੋਗਾ ਬੱਚਾ। ਉਹਦੇ ਤੋਂ ਬਾਅਦ ਤੁਸੀਂ 10-12 ਮਹੀਨੇ ਬਾਅਦ ਇਹ ਲਾ ਲਓ, ਚਲੋ ਇਹ 1960 ਚ ਪੈਦਾ ਹੋਇਆ ਹੋਏਗਾ। ਮੈਨੂੰ ਨਹੀਂ ਯਕੀਨ ਕਿ ਮਿਰਜ਼ਾ ਕਾਦੀਆਨੀ ਦੀ ਮੌਤ ਤੋਂ ਬਾਅਦ ਪੈਦਾ ਹੋਇਆ ਹੈ ਜਾਂ ਮਿਰਜ਼ਾ ਕਾਦੀਆਨੀ ਦੀ ਜ਼ਿੰਦਗੀ 'ਚ ਪੈਦਾ ਹੋਇਆ। ਐਗਜ਼ੈਕਟ ਇਹਦੀ ਡੇਟ ਆਫ ਬਰਥ ਚੈੱਕ ਕਰਨੀ ਪਈਦੀ ਗੂਗਲ ਤੇ, ਸਾਡੇ ਹੈ ਨੇ ਥੱਲੇ। ਸ਼ੀਦਾ ਟੱਲੀ ਜੀ, ਟੱਲੀ ਵੀ ਜਾਓ ਭਲਾ ਚੈੱਕ ਕਰੋ ਮਿਰਜ਼ਾ ਨਾਸਰ ਦੀ ਡੇਟ ਆਫ ਬਰਥ ਕੀ ਹੈ। ਸਿਕੰਦਰ ਮਿਰਜ਼ਾ ਸਾਹਿਬ ਵੀ ਬੈਠੇ ਨੇ ਤੇ ਮਲਕ ਸਾਹਿਬ ਵੀ ਆਏ ਸਨ, ਨਈਮ ਅਵਾਨ ਸਾਹਿਬ, ਲੇਕਿਨ ਉਹ ਫਿਰ ਕਿਤੇ ਚਲੇ ਗਏ ਨੇ। ਨਹੀਂ ਦੱਸ ਦਿੰਦੇ ਨੇ ਤੁਹਾਨੂੰ ਕਿ ਇਹਦੀ ਡੇਟ ਆਫ ਬਰਥ, ਇਹ ਮਿਰਜ਼ਾ ਨਾਸਰ ਉਹਦੇ ਤੋਂ ਫੌਰਨ ਬਾਅਦ ਪੈਦਾ ਹੋਇਆ, ਮਿਰਜ਼ਾ ਨਸੀਰ ਤੋਂ ਫੌਰਨ ਬਾਅਦ। अस्सलाम वालेकुम। वालेकुम मिर्जा नासिर सलाम। पैदा होया अमर भाई 16 नवंबर 1909। ਉਹ ਆ ਗਿਆ, ਅੱਲਾ ਤੁਹਾਡਾ ਭਲਾ ਕਰੇ। ਐ ਮੈਂ ਤੁਹਾਨੂੰ ਆਖਿਆ ਨਾ ਕਿ 1908 ਵਿੱਚ ਜਾਂ 1909 ਚ ਪੈਦਾ ਹੋਇਆ, ਬਸ ਇੰਨਾ ਹੀ। ਇਹ ਚੌਧਰੀ ਜੱਫਾ ਸਾਹਿਬ ਆਏ ਨੇ ਕੋਈ? ਜੀ ਜੱਫਾ ਸਾਹਿਬ ਮਾਰੋ ਜੱਫਾ। ਜੱਫਾ ਸਾਹਿਬ ਤੇ ਮੈਂ ਖਿਆਲ ਗੁਜਰਾਤ ਦੇ ਹੁੰਦੇ ਨੇ। ਜੱਫਾ ਜੱਫੇ ਗੁਜਰਾਤ ਹੈ ਨੇ। ਵਾਲੇਕੁਮ। ਕਿਹਨੂੰ ਜੱਫਾ ਮਾਰਨਾ ਜੇ? ਚੌਧਰੀ ਸਾਹਿਬ ਤੁਸੀਂ ਵੀ ਅਹਿਮਦੀ ਹੋ? ਜੱਫਾ ਸਾਹਿਬ ਅੱਲਾ ਸਲਿਪ ਹੋ ਗਿਆ ਤਾਂ ਕੋਡੀ ਖੇਡਦੇ ਨਹੀਂ, ਜੱਫਾ ਮਾਰੀ ਦਾ ਸ਼ੇਰ ਭਾਈ ਤੇ ਉਹ ਕਿਸੇ ਵੇਲੇ ਤੇਲ ਲਾਇਆ ਹੋਵੇ ਖਿਲਾੜੀ। ਇਹ ਜੱਫਾ ਕੌਮ ਤੇ ਗੁਜਰਾਤ ਹੀ ਜ਼ਿਆਦਾ ਹੈ ਨਾ? ਗੁਜਰਾਤ ਚ ਵੀ ਹੈ ਨੇ ਜੱਫੇ? ਨਹੀਂ ਹੈ ਨਹੀਂ ਉੱਥੇ ਦੇ ਕਿ ਉੱਥੇ ਵੀ ਹੈ ਨੇ? अस्सलाम वालेकुम। वालेकुम अस्सलाम। आपकी आवाज बड़ी कम आ रही है हजूर। हाँ जी, और सुनाए कैसे हैं जी? अल्हम्दुलिल्लाह जी, बस मैं तो नीचे बैठ के लामा साहब को सुन रहा था। आपने माशाल्लाह। ਤੁਸੀਂ ਅਹਿਮਦੀ ਹੋ ਕਿ ਮੁਸਲਮਾਨ ਹੋ? अस्तगफिरुल्लाह, मुसलमान है जनाब। ਚਲੋ ਠੀਕ ਹੈ। ਮੈਂ ਕਿਹਾ ਸ਼ਸ਼ੋ ਪੰਜ ਪਹਾੜਿਆ ਜੇ ਨਾ ਆਪਣੇ ਅੰਦਾਜ਼ ਨਾਲ ਢਿੱਲੀ ਢਿੱਲੀ ਗੱਲ ਕਰਦੇ ਹੋ, ਚੱਕ ਚੱਕ ਕੇ ਗੱਲ ਕਰਦੇ ਹੋ ਤੇ ਮੁਸਲਮਾਨ ਤੇ गला अक्सर थले बह के सुनता हूं मैं। ਮੁਸਲਮਾਨ ਤੇ ਬੇਧੜਕ ਬੋਲਦੇ ਨੇ ਨਾ। आमन नजीर, तुमको तो देवबंद काफिर मुर्ताद कह रहे हैं, दूसरी बराट पे तुम दूसरे से। ਹਾਂ ਅੱਜ ਮੈਂ ਭਾਈ ਇਹਨੂੰ ਕਹਿੰਦੇ ਇਹਦੀ ਵੀ ਤਬੀਅਤ ਫਰੈਸ਼ ਹੋਣ ਵਾਲੀ ਹੈ। ਇਹ ਫੇਰ ਆ ਗਿਆ ਜੇ ਕੋਈ ਟੋਕਰਾ ਖਾਲੀ ਰਹਿ ਗਿਆ ਸੂ। ਇਹਨੂੰ ਕਿਸੇ ਥੱਲੇ ਲਾਇਆ ਕਿ ਆਪ ਗਿਆ? आप गए जी आप? ਤਬਲੀਗ ਕਰਕੇ ਚਲਾ ਗਿਆ ਨਾ, ਤਬਲੀਗ ਹੋ ਗਈ ਨਾ। ਦੇਖੋ ਇਹਨਾਂ ਦਾ ਅੰਦਾਜ਼ ਉਹਨਾਂ ਨੇ ਸ਼ਰਾਰਤ ਕਰਨੀ ਹੁੰਦੀ ਹੈ ਤੇ ਬਸ ਪੀਲੀ ਲਾ ਕੇ ਤੇ ਦੌੜ। ਇਹ ਮੁਰੱਬੀ ਦੇ ਬੇਟੇ ਨੇ। ਅੰਦਾਜ਼ੇ ਗੁਫ਼ਤਗੂ ਵੇਖੋ ਇਹਨਾਂ ਦਾ, ਸਵਾਏ ਗਾਲ ਤੋਂ ਗੱਲ ਨਹੀਂ ਕਰਨਗੇ। नहीं तो दसो ना, ਤੁਹਾਨੂੰ देवबंद काफिर मुर्ताद जंदीक नहीं कहते अमन नजीर? यहाँ तो कह नहीं, दूसरी बरात पे भी चले जा, जाके देख ले। बस देखो, यही ਤੇ बता। ਹੱਸਣਾ ਨਹੀਂ ਉਹ ਬਗੈਰਤਾ, ਹੱਸਤੇ ਸਹੀ।
ਲਾਂਤੀਆ ਤੂੰ ਹੱਸਣਾ ਸੁਣਨਾ, ਦਲੀਲ ਥੋੜੀ ਸੁਣਨੀ ਹੈ, ਤੂੰ ਤੇ ਹੱਸਣਾ ਹੀ ਸੁਣਨਾ। ਆਹੋ ਵਾਕਈ ਅੱਜ ਕੀ ਹੱਸਿਆ ਨਹੀਂ ਹੈ। ਸਰਕਾਰੀ ਮੁਸਲਮਾਨ ਹੈ। ਮੈਂ ਕਿਹਾ ਸਰਕਾਰੀ ਮੈਂ ਯਾਦ ਮੁਸਲਮਾਨ ਕਰਾਵਾਂ ਬਗੈਰਤ ਹਾਂ। ਭੁੱਲ ਗਿਆ ਬਈ, ਇਹ ਸੁਣਾਵੀਂ ਹੈ ਮੈਂ। ਹਾਂ ਨਾਲ ਹੱਸਦਾ ਵੀ ਹੈ ਰਹੀ ਦੂਸਰੀ ਬਰਾੜ ਤੇ ਦਿਓਬੰਦ ਕਾਫਰ ਮੁਰਤਦ ਕਹਿਣ ਦੇ, ਤੇ ਉਹਨੂੰ ਪੁੱਛਣ ਡਿਆ ਤੂੰ ਮੁਸਲਮਾਨ ਹੈ? ਹਾਂ ਮਨਜ਼ੂਰ। ਅੱਛਾ ਦਿਓਬੰਦੀ ਮੈਨੂੰ ਕਾਫਰ ਕਹਿ ਰਹੇ ਨੇ, ਮੁਰਤਦ ਕਹਿ ਰਹੇ ਨੇ। ਤੇ ਜਿਹੜਾ ਤੁਹਾਡਾ 2 ਨੰਬਰ ਖਲੀਫਾ ਉਹਨੂੰ ਲਾਹੌਰੀ ਕੀ ਕਹਿੰਦੇ ਸੀ ਤੇ ਉਹ ਮਿਸਰੀ ਕੀ ਕਹਿੰਦੇ ਸੀ? ਸ਼ੇਖ ਅਬਦੁਰਰਹਿਮਾਨ ਮਿਸਰੀ ਕੀ ਕਹਿੰਦਾ ਸੀ ਉਹਦੇ ਬਾਰੇ? ਉਹ ਵੀ ਤਾਂ ਦੱਸ ਜਾ ਨਾਲ। ਮੈਨੂੰ ਅਗਰ ਦਿਓਬੰਦੀ ਕਿਸੇ ਨੇ ਮੁਰਤਾਦੀਆਂ ਕਾਫਰ ਕਿਹਾ ਹੈ ਤੇ ਫਰਜ਼ ਕਰ ਲੈ ਕਿਹਾ ਨਹੀਂ ਹੋਣਾ, ਮੈਨੂੰ ਕਹਿੰਦਾ ਕੋਈ ਨਹੀਂ, ਅੱਜ ਤੱਕ ਕਿਸੇ ਮੈਨੂੰ ਦਿਓਬੰਦੀ ਨੇ ਕਿਹਾ, ਫਰਜ਼ ਕਰ ਲੈ ਕਿਹਾ। ਤੇ ਤੁਹਾਨੂੰ ਲਾਹੌਰੀ ਤੇ ਮਿਸਰੀ ਕੀ ਕਹਿੰਦੇ ਸਨ ਤੇ ਤੁਹਾਡੇ ਖਲੀਫਾ ਨੂੰ ਕੀ ਕਹਿੰਦੇ ਸਨ? ਦੇ ਜਵਾਬ, ਇਕੱਠਾ ਹੀ ਦੱਸ ਦੇ ਨਾ ਕਿ ਉਹਨਾਂ ਨੂੰ ਇਹ ਕਹਿੰਦੇ ਸੀ, ਤੁਹਾਨੂੰ ਇਹ ਕਹਿੰਦੇ ਸੀ। आबिर भाई मुसलमान को मुसलमान कैसे इस्तेमाल करेगा? ਫਰਜ਼ ਕਰ ਲਓ ਕਿ ਇਹਦੀ ਗੱਲ ਦਰੁਸਤ ਵੀ ਹੋਵੇ। ਆ ਗਿਆ ਰਹੀਲ ਦੱਸੇਗਾ। ਰਹੀਲ ਦੱਸ ਬਈ, ਤੇਰੇ ਦੂਸਰੇ ਖਲੀਫਾ ਨੂੰ ਸ਼ੇਖ ਅਬਦੁਰਰਹਿਮਾਨ ਮਿਸਰੀ ਕੀ ਕਹਿੰਦਾ ਸੀ ਤੇ ਫਖਰੁद्दीन ਮੁਲਤਾਨੀ ਕੀ ਕਹਿੰਦਾ ਸੀ? ਇਹ ਹਾਲ ਆ ਤੇਰਾ ਯਾਰ। ਮੈਂ ਕੀ हेलो, आवाज क्यों नहीं आ रही थी? आ रही है, आपकी आवाज आ रही है मेरे भाई। ये मैं क्या दस सही ना भी। अच्छा मैनू दियोबंदी मुरतद कहते ने ते बशीरुद्दीन महमूद अहमद नूं मिस्री मुरतद कहंदा सी कि मुहम्मद अली लाहौरी काफर कहंदा सी कि वो जिहड़ा फखरुद्दीन मुल्तानी कहंदा सी, कौन कहंदा सी इहनूं? जे अब्दुल गफार जंबा नूं पुछे ते वो ते कहंदा कि वो तो ढेर ही कोई आखदा है, वो तो आंदा है हरामजादा हलालजादा मिर्जा साहब का एक भी बेटा नहीं है। हुण बुला ला चौहान साहब नूं, वो कहंदे मिर्जा साहब के सारे मुंडे हरामजादे ने। कई बार किया चौहान साहब ने। बात तो सच है मगर बात है रुसवाई की। इंज किसी का नाम लैके अदनान मतलूब साहब गाल दुहराई जा सकती है ना? अपने भरा नूं दसो ना अदनान मतलूब साहब कि जे तू देवबंदियां दा, बरेलवियां दा, भाबियां दा, शियां दा, सुनियां दा किसी का नाम लैके ते गल मेरे हल करेगा ते मेरे कोल भी तो गल्लां है ना करन वालियां। मेरे भी तो मूँह च जबान है कि तुहानूं तुहाडे घर दे की कहंदे ने। मेरा हक है ना अदनान मतलूब साहब कि मैं भी दसां कि चौहान साहब कहंदे ने मिर्जा साहब दी सारी औलाद ही हरामजादी। अस्तगफिरुल्लाह। चौहान साहब तो कोई कख नहीं छड्डदे हन, फट्टे ही चक छड्डदे ने। ਉਹ ਕਹਿੰਦੇ ਨੇ ਮੈਂ ਸੱਚੀ ਤਾਲੀਮ ਪੇਸ਼ ਕਰਨੀ ਹੈ, ਭਲੇ ਉਹ ਮੇਰੇ ਖਿਲਾਫ ਜਾਏ, ਭਲੇ ਉਹ ਮਿਰਜ਼ਾ ਸਾਹਿਬ ਦੇ ਖਿਲਾਫ ਜਾਏ, ਭਲੇ ਪੂਰੀ ਜਮਾਤ ਦੇ ਖਿਲਾਫ ਜਾਏ। ਜੀ ਉਹ ਆਂਦੇ ਨੇ ਮੈਂ ਮਿਰਜ਼ਾ ਸਾਹਿਬ ਦੀ ਸੱਚੀ ਤਾਲੀਮ ਪੇਸ਼ ਕਰਨੀ। ਉਹ ਆਂਦੇ ਨੇ ਮਿਰਜ਼ਾ ਸਾਹਿਬ ਦੇ ਉਹ ਜੁੱਤਾ ਉਹਨਾਂ ਨੂੰ ਲੱਭਾ ਨਹੀਂ, ਉਹ ਜੁੱਤਾ ਬਣਵਾਉਣਾ ਚਾਹੁੰਦੇ ਸੀ ਊਠ ਦੇ ਸਖਤ ਚਮੜੇ ਦਾ, ਤੇ ਉਹ ਮਿਰਜ਼ਾ ਸਾਹਿਬ ਮਿਸ ਕਰਕੇ ਬਣਵਾ ਨਹੀਂ ਸਕੇ, ਉਹ ਮੈਂ ਬਣਵਾ ਲਿਆ। ਊਠ ਦੀ ਜਿਹੜੀ ਖੱਲੜੀ ਹੁੰਦੀ ਹੈ ਨਾ, ਊਂਠ ਦੀ ਖੱਲੜੀ ਚਮੜਾ, ਹਾਂਜੀ ਸਖਤ ਚਮੜੇ ਦਾ, सख्त चमड़े का जूता मिर्जा साहब ने रूहानी खजाइन जिल्द 12 सफ़ा 231 ते लिखे है कि काश के हमारे हाथ में ऊंट के सख्त चमड़े का जूता होता। तो वो चौहान साहब आंदे ने वो मिर्जा साहब तो काश काश करते मर गए ने, तो मैं बनवा लिया। तो वो लैके तो मरजाइयां ने हुण कंड च मारदे ने मिर्जा साहब अपने चौहान साहब। हाँ रेल साहब उत्ते आके दसो ना की कहंदे ने देवबंदी, मैनूं दसो आके। देवबंदी मैनूं मुरतद काफिर कहंदे ने ਤੇ ਚੌਹਾਨ ਸਾਹਿਬ ਕੀ ਕਹਿੰਦੇ ਨੇ? ਮਿਰਜ਼ਾ ਸਾਹਿਬ ਦੀ ਔਲਾਦ ਨੂੰ ਕੀ ਕਹਿੰਦੇ ਨੇ? ਦੇਖੋ ਨਾ ਹੁਣ ਮੇਰਾ ਜਵਾਬ ਸੁਣ ਲਓ, ਅੱਗੇ ਵੀ ਮੈਂ ਦਿੱਤਾ ਸੀ। ਉਹ ਚੌਹਾਨ ਜਿਹੜਾ ਤੇ ਉਹ ਤੇ ਇੱਕ ਅੱਧਾ ਬੰਦਾ ਵਾ, ਲਾਹੌਰੀ ਵੀ ਹਜ਼ਾਰਾਂ ਨੇ, ਦਿਓਬੰਦ ਤੇ ਕਰੋੜਾਂ ਦੀ ਤਾਦਾਦ 'ਚ। ਉਹਨਾਂ ਦੇ ਖੁਤਬੇ ਰੋਜ਼ ਸੁਣ ਲਾ। ਉਹ ਕਹਿੰਦੇ ਕਾਫਰ ਮੁਰਤਦ ਜ਼ੰਦੀਕ ਸਾਡੇ ਜਨਾਜ਼ੇ ਸ਼ਾਮਲ ਨਾ ਹੋ। ਕੱਲ੍ਹ ਦਾ ਮੌਲਵੀ ਇੱਕ ਐਲਾਨ ਕਰਦਾ ਪਿਆ ਕਿ ਇਹ ਜਨਾਜ਼ਾ ਪਿਆ ਕਿ ਉਹ ਕੋਈ ਦਿਓਬੰਦ ਜਿਹੜਾ ਜਾਂ ਬਰੇਲਵੀ ਤੇ ਸ਼ਾਮਲ ਨਾ ਹੋਵੇ ਕਿਉਂਕਿ ਮੁਰਤਦ ਨੇ। ਤੂੰ ਚੌਹਾਨ ਦੀ ਮਿਸਾਲ ਦੇਓਗੇ, ਚੌਹਾਨ ਤੇ ਇੱਕ ਬੰਦਾ, ਉਹ ਕਰੋੜਾਂ ਬੰਦੇ। ਜਿੰਨੀ ਮਰਜ਼ੀ ਬੋਲੋ, ਉਹ ਕਰੋੜਾਂ ਬੰਦੇ ਕਹਿ ਰਹੇ ਨੇ, ਤੂੰ ਇੱਕ ਬੰਦੇ ਦੇ ਪਿੱਛੇ ਪਿਆ। ਅਮਰ ਭਾਈ ਓਨੀ ਦੇਰ ਜਵਾਬ ਨਹੀਂ ਦੇਣਾ ਜਿੰਨੀ ਦੇਰ ਲਾਂਤੀ ਹਸਿਆ ਨਾ। ਉਹ ਚਲਾ ਗਿਆ। अच्छा गल सुनना रही ना, ਇਹਦੀ ਟ੍ਰੇਨਿੰਗ ਬੜੀ ਜ਼ਬਰਦਸਤ ਹੈ। ਆ ਕੇ ਗੱਲ ਕਰਕੇ ਫੌਰਨ ਨਾਲ ਜਾਂਦਾ ਹੈ। अगर एक बंदा कहे कि मिर्जा साहब की सारी औलाद हरामजादी ਤੇ ਜਾਂ ਕਰੋੜ ਬੰਦਾ ਕਵੇ, ਕੀ ਫਰਕ ਪੈਂਦਾ? ਇਹਦੇ 'ਚ ਫਰਕ ਕੀ ਪੈਂਦਾ?
अगर एक बंदा कवे या 1000 बंदा कवे या लाख बंदा कवे कि मिर्जा साहब की सारी औलाद हरामजादी ते गल तो हो गई ना, एक ने भी आख लिया तो 100 ने भी आख लिया। शहनशाह भाई वो तारक चौहान साहब दुआ के साथ के पूछ लो उन्होंने कि बुलाओ ना ਕਾਲ ਮੈਂ ਕੀਤੀ ਹੈ ਉਹਨਾਂ ਨੂੰ ले नहीं तो आंसर थले ਨਹੀਂ ਥੱਲੇ ਨਹੀਂ ਹੈ, ਮੈਂ ਸ਼ੇਅਰ ਕੀਤੀ ਹੈ ਉਹਨਾਂ ਨੂੰ, ਆ ਜਾਂਦੇ ਨੇ। ले जे आ गए तो तेन लाइव ही सुना देंगे रेल चौहान साहब का लाइव ही मैच तेन सुना देंगे। वो तो सब के सामने कहते हैं मिर्जा साहब की साहब सारी औलाद हरामजादी। तू तो कोई पुरानी गल कर रहा ना, मेरे मुंह ते लिया के आ किसी देवबंदी नूं मैनू आखे मुरताद, अज ताईं मैनू किसी देवबंदी ने काफिर मुरताद नहीं आखे। ਝੂਠ ਬੋਲਦਾ ਹੈ ਕਿਸੇ ਨੇ मैनू पता झूठ बोलते पिया, मेरी 56-57 साल उम्र हो चली है, एक भी देवबंदी ने मेरे सामने मैनू मुरताद काफिर नहीं है, मेरे पीछे भी नहीं आखा, यानी कोई वीडियो ऑडियो नहीं मैं अज तक सुनी है। सारे मेरी मेरा मैनू भरा से, मैं भी उन्होंने भरा समझना, मेरे मुसलमान भरा। वालेकुम सलाम। ਅਮਰ ਭਾਈ ਇੱਕ ਲਫ਼ਜ਼ ਤੁਸੀਂ ਭੁੱਲਦੇ ਪਏ ਚੌਹਾਨ ਸਾਹਿਬ ਦਾ, ਨਾ ਹਲਫ ਔਲਾਦ ਕਹਿੰਦੇ ਨੇ, ਨਾ ਹਲਫ। ना खल्फ नहीं ना खल्फ, हाँ ये भी कहते हैं। वो कहते ने मिर्जा साहब दी सारी औलाद ही ना खल्फ और हरामजादी। दसो हुण बंदा की करे। वो ला के ना मिर्जा मसरूर दी वीडियो ते आंदे ने साडा पै गया कंजरां नाल वाह इलाज दसो की करिए। अक्सर आ वीडियो हुण भी जाओ उन्हां दी तुसीं प्रोफाइल ते वेखो, कम अज कम कोई 8-10 वीडियो ने ਇਹੋ ਜਿਹੀਆਂ ਲਾਈਆਂ ਨੇ। ਮਿਰਜ਼ਾ ਮਸਰੂਰ ਦੀ ਫੋਟੋ ਲਾ ਕੇ ਤੇ ਉੱਤੇ ਗਾਣਾ ਲਾਇਆ ਹੁੰਦਾ ਉਹਨਾਂ ਨੇ, ਸਾਡਾ ਪੈ ਗਿਆ ਕੰਜਰਾਂ ਨਾਲ ਵਾਹ ਇਲਾਜ ਦੱਸੋ ਕੀ ਕਰੀਏ। ਉਹ ਕੰਜਰ ਕਹਿੰਦੇ ਨੇ ਇਹਨਾਂ ਨੂੰ। ਹੁਣ ਦੱਸ ਮੇਰਾ ਕੀ ਕਸੂਰ ਹੈ ਇਹਦੇ ਚ? ਰੇਲ ਭਾਈ ਉੱਪਰ ਤਸ਼ਰੀਫ ਲੈ, ਕਿੱਧਰ ਗਏ ਆ? ਆ ਕੇ ਦੁਬਾਰਾ ਤਬਲੀਗ ਕਰ ਲੈ ਜਿਹੜੀ ਰਹਿ ਗਈ। ਕੈਸੀ ਕੌਮ ਹੈ ਯਾਰ, ਨਾਮ ਹੀ ਬੰਦੇ ਦਾ ਦਿਲ ਹੋਵੇ ਨਾ ਜ਼ੁਬਾਨ ਪਲੀਤ ਕਰਨ ਤੇ, ਇਹ ਧੱਕੇ ਨਾਲ ਆ ਕੇ ਬੰਦੇ ਦੀ ਜ਼ੁਬਾਨ ਪਲੀਤ ਕਰ ਸਕਦੇ ਨੇ। ਐਸੇ ਰੱਬ ਦੇ ਮਾਰੇ ਨੇ। ਅਮਰ ਭਾਈ ਸਮਝਿਆ ਕਰੋ, ਮਹੀਨਾ ਮੁੱਕ ਚੱਲਾ ਤੇ ਅਗਲੀ ਕਿਸ਼ਤ ਦੇਣੀ ਪੈ ਜਾਣੀ ਹੈ ਚੰਦੇ ਦੀ, ਤੇ ਉਹਦਾ ਗੁੱਸਾ ਕੱਢਦੇ ਨੇ ਤਾਂ ਗਾਲਾਂ ਪਵਾਉਂਦੇ ਆ। ਅੱਜ 29 ਤਰੀਕ ਹੋ ਗਈ, ਗੱਲ ਤੇ ਠੀਕ। अस्सलाम वालेकुम आमिर भाई, की हाल चाल है? ठीक हो? बाकी सब ਵਾਲੇਕੁਮ ਸਲਾਮ ਜ਼ਾਹਿਦ ਭਾਈ। ਵਾਲੇਕੁਮ ਅਸਲਾਮ। अच्छा आमिर भाई, एक तो मैं ਤੁਹਾਨੂੰ ਨਾ ਇੱਕ 10 ਮਿੰਟ ਦੀ ਇੱਕ ਵੀਡੀਓ ਸੈਂਡ ਕੀਤੀ ਹੈ, ਟਾਈਮ ਕੱਢ ਕੇ ਨਾ ਤੁਸੀਂ ਉਹ ਵੀਡੀਓ ਵੇਖਣੀ ਹੈ, ਬੜੀ ਅਹਿਮ ਵੀਡੀਓ ਹੈ। ਤੇ ਦੂਸਰਾ ਤੁਹਾਡਾ ਇੱਕ ਦੋਸਤ ਹੈ ਆਮਿਰ ਭਾਈ, ਉਹਦੇ ਨਾਲ ਤੁਹਾਡੀ ਗੱਲ ਕਰਾਣੀ ਹੈ। ਬੜਾ ਪੁਰਾਣਾ ਤੁਹਾਡਾ ਇੱਕ ਦੋਸਤ ਹੈ ਤੇ ਮੈਂ ਬੜਾ ਲੱਭ ਕੇ ਲਿਆਂਦਾ ਜੇ। ਉਹ ਇਹ ਆਮਿਰ ਭਾਈ ਦਾ ਇੱਕ ਬੜਾ ਪੁਰਾਣਾ ਦੋਸਤ ਹੈ। ਇਹ राज क्या है? तुम्हारे जिस्म पर तो नहीं चढ़ा था ना 4 मन का कि तुम मर जाता। हंसी मतलब 4 मन के आदमी से तसल्ली नहीं हुई, आराम नहीं पहुंचा तो 8 मन का मंगाया गया, 10 मन का मंगाया गया। तेरे बाप का क्या जाता है? तुझे तेरे पीठ में क्यों दर्द हो रही है? हज़रत मसीह मौद को जिस तरह आराम मिला आपने करवाया, तुम्हें क्या परेशानी है? तुम्हारे पेट में पीठ में दर्द क्यों हो रही है? क्या परेशानी? ਆਮਿਰ ਭਾਈ ਤੁਹਾਡਾ ਪੁਰਾਣਾ ਯਾਰ। ਹਾਂ ਮੈਂ ਸਮਝ ਗਿਆ, ਇਹਦਾ ਨਾਂ ਸੀ ਨਸਰੁਲ ਹਕ ਕਿ ਨਸਰੁੱਲਾ? ਨਸਰੁਲ ਹਕ ਇੰਡੀਆ ਵਾਲਾ। ਹਾਂਜੀ नसरुल हक। देखो आजकल आप वो पोस्टर नहीं बनाते आमिर भाई, कोई पोस्टर डिबेट के लिए जैसे पहले बनाते थे ना, सवाल कोई मतलब कोई 6-7 तो बाद मोटर गर्म हो रही है ना नहीं, उससे बड़ा फायदा होता है देखने वाला जो है ना, वो पोस्टर बड़ा जरूरी होता है। कोई अच्छा सा सवाल हो। हाँ हाँ, लेकिन मैं दसिया कि अज तक घड़ियां भी राती चेंज हो गई सी, साड़ियां तो महीना पहले हो गई सी। अच्छा ਸਾਡੀਆਂ ਮਾਰਚ ਦੇ ਆਖਰੀ ਵੀਕ ਹੈ। ਆਮਿਰ ਭਾਈ ਤੁਸੀਂ ਥੋੜੀ ਦੇਰ ਪਹਿਲੇ ਗੱਲ ਕਰ ਰਹੇ ਸੀ ਨਾ, ਉਹ ਜਿਹੜਾ ਇੱਕ ਬੰਦਾ ਬੈਠਾ ਸੀ ਮੈਂ ਸੁਣ ਰਿਹਾ ਸੀ ਥੱਲੇ। ਦੇਖੋ ਕੈਸੀ ਬੇਗੈਰਤ ਕੌਮ ਹੈ ਕਿ ਜਦੋਂ ਮੁਸਲਮਾਨਾਂ ਨਾਲ ਖਲੋਣ ਦਾ ਟਾਈਮ ਸੀ ਉਦੋਂ ਇਹ ਆਪਣੇ ਆਪ ਨੂੰ ਅਕਲੀਅਤ ਲਿਖਵਾਉਂਦੇ ਫਿਰਦੇ ਸੀ ਉੱਥੇ, ਤੇ ਹੁਣ ਪਿੱਟਦੇ ਨੇ ਸਾਨੂੰ ਅਕਲੀਅਤ ਕਿਉਂ ਕਰਾਰ ਦਿੱਤਾ ਜੇ। ਅੰਦਾਜ਼ਾ ਕਰੋ ਤੁਸੀਂ, ਐਡੀ ਬੇਸ਼ਰਮ ਤੇ ਬੇਹਯਾ ਤੇ ਬੇਗੈਰਤ ਕੌਮ ਹੈ। ਤੇ ਉਹ ਹਵਾਲਾ ਆਮਿਰ ਵੀ ਮੇਰੇ ਖਿਆਲ ਉਸ ਦਿਨ ਵੀ ਇਹੀ ਡਿਸਕਸ ਹੋ ਰਿਹਾ ਸੀ ਜਦੋਂ ਉਹ ਆਪਾਂ ਹਵਾਲਾ ਲੱਭ ਰਹੇ ਸਾਂ, ਉਹਦੇ 'ਚ ਵੀ ਇਹੀ ਬਸ਼ੀਰੁੱਦੀਨ ਮਹਿਮੂਦ ਨੇ ਕਿਹਾ ਨਾ, ਤੁਸੀਂ ਇੱਕ ਕੋ ਪੇਸ਼ ਕਰੋ ਤੇ ਮੈਂ 2 ਮਰਦਈ ਪੇਸ਼ ਕਰਾਂਗਾ,
ਤੇ ਉਹ ਸਾਰਾ ਸਿਨੈਰੀਓ ਤੇ ਇਹੀ ਹੈ ਨਾ ਕਿ ਆਪਣੇ ਆਪ ਨੂੰ ਉੱਥੇ ਆਪ ਅਕਲੀਅਤ ਮੁਸਲਮਾਨਾਂ ਤੋਂ ਅਲੱਗਾ ਇਹਨਾਂ ਨੇ ਜਾ ਕੇ ਪੇਸ਼ ਕੀਤਾ। ਬਾਉਂਡਰੀ ਕਮਿਸ਼ਨ ਦੇ ਵਿੱਚ ਵੀ ਉਸ ਤੋਂ ਬਾਅਦ ਜਦੋਂ ਰੈਫਰੈਂਡਮ ਹੋ ਰਿਹਾ ਸੀ, ਜਾਂ ਜਦੋਂ ਆਪਣਾ ਮੇਰੇ ਕੋਲ ਉਹ ਵੀ ਹਵਾਲੇ ਪਏ ਨੇ ਅਲਫਜ਼ਲ ਕਾਦੀਆਨ ਦੇ, ਜਦੋਂ ਇਹਨਾਂ ਨੇ ਪੰਜਾਬ ਦੇ ਸਾਰੇ ਜਿਹੜੇ ਨੇ ਡਿਸਟ੍ਰਿਕਟ ਸੀ ਉਹਨਾਂ ਦੇ ਵਿੱਚ ਬਕਾਇਦਾ ਆਪਣੀ ਜਮਾਤ ਨੂੰ ਅਹਿਕਾਮ ਜਾਰੀ ਕੀਤੇ ਸੀ ਕਿ ਤੁਸੀਂ ਜਿਹੜਾ ਚੜ੍ਹਦੇ ਪੰਜਾਬ ਵਾਲੇ ਪਾਸੇ ਵੋਟ ਪਾਣੇ ਨੇ, ਉਹਦੇ ਵਿੱਚ ਮਤਲਬ ਅਗਰ ਉਹ ਜਦੋਂ ਆਪਣਾ ਬ੍ਰਿਟਿਸ਼ ਗੌਰਮੈਂਟ ਜਿਹੜੀ ਹੈ ਕੁਛ ਕੰਸੈਂਸਸ ਵਗੈਰਾ ਕਰਾ ਰਹੀ ਸੀ, ਤੇ ਜਦੋਂ ਇਹਨਾਂ ਨੇ ਮੁਸਲਮਾਨਾਂ ਦੇ ਸ਼ਾਮਿਲ ਹੋਣ ਦਾ ਟਾਈਮ ਸੀ, ਉਦੋਂ ਇਸ ਬੇਗੈਰਤ ਕੌਮ ਨੇ ਮੁਸਲਮਾਨਾਂ ਦੇ ਨਾਲ ਇਖਤਲਾਫ ਕਰਕੇ ਆਪਣੇ ਆਪ ਨੂੰ ਬਤੌਰ ਅਕਲੀਅਤ ਰਜਿਸਟਰਡ ਕਰਾਇਆ ਉੱਥੇ ਹਰ ਜਗ੍ਹਾ ਦੇ ਉੱਤੇ। ਤੇ ਅੱਜ ਉਸੇ ਗੱਲ ਦੇ ਉੱਤੇ ਆ ਕੇ ਇੱਥੇ ਪਿੱਟਦੇ ਨੇ, ਸਾਡੇ ਨੂੰ ਅਕਲੀਅਤ ਕਰਾਰ ਦੇ ਦਿੱਤਾ ਹੈ, ਸਾਡੇ ਨਾਲ ਜ਼ਿਆਦਤੀ ਹੋ ਗਈ ਹੈ, ਸਾਨੂੰ ਮੁਸਲਮਾਨਾਂ ਨੇ ਅਲੱਗਾ ਕਰ ਦਿੱਤਾ ਹੈ। ਅੱਜ ਆਪਣੇ ਫੈਸਲੇ ਦੇ ਉੱਤੇ ਪਿਸ਼ਾਬ ਕਰਨ ਲੱਗੇ ਨੇ, ਮੂਤਰਨ ਲੱਗੇ ਨੇ, ਜਿਨ੍ਹਾਂ ਮੁਸਲਮਾਨਾਂ ਤੋਂ ਅਲੱਗਾ ਹੋਣ ਦਾ ਆਪ ਐਲਾਨ ਕਰਦੇ ਸੀ, ਜਿਨ੍ਹਾਂ ਨੂੰ ਕਾਫਰ ਕਰਾਰ ਦਿੰਦੇ ਸੀ, ਜਿਨ੍ਹਾਂ ਤੋਂ ਅਲੱਗਾ ਆਂਦੇ ਸੀ, ਨਾ ਸੀ ਇਹਨਾਂ ਨਾਲ ਕੋਈ ਰਿਸ਼ਤੇਦਾਰੀ, ਨਾ ਦੀਨੀ ਰਿਸ਼ਤਾ, ਨਾ ਦੁਨਿਆਵੀ ਰਿਸ਼ਤਾ। ਅੱਜ ਉਸ ਫੈਸਲੇ ਦੇ ਉੱਤੇ ਮੂਤਰ ਕੇ ਤੇ ਅੱਜ ਉਸੇ ਮੁਸਲਿਮ ਕੌਮ ਨੂੰ ਜੱਫਾ ਮਾਰਦੇ ਫਿਰਦੇ ਨੇ। ਤੇ ਬੇਗੈਰਤੀ ਤੇ ਇਹ ਹੁੰਦੀ ਹੈ ਨਾ ਸਭ ਤੋਂ ਵੱਡੀ, ਕਿ ਤੁਸੀਂ ਬਜਾਏ ਇਸ ਦੇ ਕਿ ਉਸ ਆਪਣੇ ਫੈਸਲੇ ਤੇ ਖੜੇ ਰਹਿੰਦੇ ਤੇ ਕਹਿੰਦੇ ਬਈ ਦੇਖੋ ਅਸੀਂ ਆਪਣੀ ਗੱਲ ਤੇ ਕਾਇਮ ਆ ਕਿ ਮੁਸਲਮਾਨਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ, ਅਸੀਂ ਲਹਿਦਾ ਕੌਮ ਆ, ਤੇ ਇੱਥੇ ਆਉਣਾ ਹੀ ਨਹੀਂ ਸੀ ਚਾਹੀਦਾ। ਪਾਕਿਸਤਾਨ ਆਏ ਕੀ ਨੇ, ਮੈਨੂੰ ਤਾਂ ਇਹ ਨਹੀਂ ਸਮਝ ਆਈ। ਚਲੋ ਫਰਜ਼ ਕਰ ਲਓ ਕਿ ਅਗਰ ਕੋਈ ਦਿਓਬੰਦੀ ਜਾਂ ਕੋਈ ਬਰੇਲਵੀ ਉਹ ਪਾਕਿਸਤਾਨ ਬਣਾਉਣ ਦੇ ਖਿਲਾਫ 1 ਮਿੰਟ ਵਾਸਤੇ ਆਮਿਰ ਭਾਈ ਮਿਊਟ ਹੋ ਗਿਆ ਸੀ। ਹਾਂਜੀ ਹਾਂਜੀ 1 ਸੈਕਿੰਡ। ਅਗਰ ਬਿਲ ਫਰਜ਼ ਕੋਈ ਦਿਓਬੰਦੀ ਜਾਂ ਕੋਈ ਬਰੇਲਵੀ ਹਨਫੀ, ਬਰੇਲਵੀ ਤੇ ਹੁੰਦੇ ਨਹੀਂ ਸਨ, ਹਨਫੀ ਅਗਰ ਪਾਕਿਸਤਾਨ ਬਣਾਉਣ ਦੇ ਖਿਲਾਫ ਹੈ ਤੇ ਉਹਨੇ ਪਾਕਿਸਤਾਨ ਦੁਬਾਰਾ ਪਾਕਿਸਤਾਨ ਬਣਨ ਤੋਂ ਬਾਅਦ ਜੁਆਇਨ ਕਰ ਲਿਆ, ਉਹਦੀ ਕੋਈ ਲੌਜਿਕ ਬਣਦੀ ਹੈ ਕਿਉਂਕਿ ਉਹਦੇ ਰਿਸ਼ਤੇਦਾਰ ਦੀਗਰ ਸਾਰੇ ਬਰੇਲਵੀ ਦਿਓਬੰਦੀ, ਸਾਰੇ ਮੌਲਵੀ, ਮਾਸੀਆਂ, ਮਾਮੇ, ਚਾਚੇ, ਤਾਏ, ਫੁੱਫੀਆਂ, ਉਹ ਸਾਰੇ ਤੇ ਪਾਕਿਸਤਾਨ ਆ ਗਏ ਤੇ ਉਹਦਾ ਆਉਣਾ ਬਣਦਾ ਹੈ। ਇਹਨਾਂ ਦੀ ਮੈਨੂੰ ਸਮਝ ਨਹੀਂ ਆਈ ਕਿ ਜੇ ਲਹਿਦਾ ਮੈਮੋਰੈਂਡਮ ਪੇਸ਼ ਕਰਕੇ ਪਾਕਿਸਤਾਨ ਦੀ ਮੁਖਾਲਫਤ ਕਰਕੇ ਇਹ ਆਏ ਕਿਉਂ ਨੇ ਪਾਕਿਸਤਾਨ? ਉੱਥੇ ਕਰਨੀ ਸੀ ਦਾਵਤ ਤਬਲੀਗ, ਉਹਨਾਂ ਨੂੰ ਸਿੱਖਾਂ ਨੂੰ ਕਰਨੀ ਸੀ। ਹੁਣ ਤੱਕ ਕਾਦੀਆਨ ਦੇ ਵਿੱਚ ਤੁਸੀਂ ਦਾਵਤ ਤਬਲੀਗ ਕਰਦੇ ਨਾ ਕਿਸ ਦਾ ਬੂਹਾ ਖੜਕਾ ਕੇ। ਨਹੀਂ ਦੇਖੋ ਨਾ ਆਮਿਰ ਭਾਈ, ਮੁਸਲਮਾਨਾਂ ਦਾ ਇਖਤਲਾਫ ਸੀ ਨਾ, ਮੁਸਲਮਾਨਾਂ ਦਾ ਇਖਤਲਾਫ ਸੀ ਨਾ ਦੋ ਕੌਮੀ ਨਜ਼ਰੀਏ ਦਾ, ਕਿ ਤੁਸੀਂ ਇੱਕ ਲਹਿਦਾ ਕੌਮ ਹੋ, ਅਸੀਂ ਲਹਿਦਾ ਕੌਮ ਆ। ਇਹਨਾਂ ਦੇ ਕੋਲ ਤੇ ਕ੍ਰਿਸ਼ਨ ਵੀ ਆਪਣਾ ਸੀ, ਗੁਰੂ ਵੀ ਆਪਣਾ ਸੀ, ਤੇ ਉਹ ਸਿੱਖਾਂ ਦਾ ਉਤਾਰ ਵੀ ਆਪਣਾ ਸੀ, ਤੇ ਇਹਨਾਂ ਕੋਲ ਤੇ ਸਾਰੀ ਓਪਰਚੁਨਿਟੀ ਹੈ ਸੀ ਨਾ ਉੱਥੇ ਰਹਿ ਕੇ ਤਬਲੀਗ ਕਰਨ ਦੀ। ਫਿਰ ਇਹ ਕਿਉਂ ਆਏ ਨੇ ਇਹ ਨਹੀਂ ਸਮਝ ਆਈ ਹੈ। ਅੰਬ ਲੈਣ ਆਏ ਨੇ, ਇਹ ਗੱਲ ਠੀਕ। ਇਹ ਸੁਣੋ ਇਹ ਕੀ ਲਿਖਿਆ ਸਾਹਮਣੇ, ਇਹ ਤੁਹਾਡਾ 2 ਨੰਬਰ ਖਲੀਫਾ ਕੀ ਪਿਆ ਲਿਖਦਾ, ਪੜੋ ਤੇ ਸਰ ਧੁਨੋ, ਪੜਤਾ ਜਾ ਸ਼ਰਮਾਤਾ ਜਾ। ਇਸ ਗੱਲ ਮੇਰੇ ਨਾਲ ਗੱਲ ਨਹੀਂ ਕਰਦੇ, ਧੁਰਾਂ ਲੱਭਦੇ ਨੇ, ਧੁਰਾਂ। ਕੋਈ ਧੁਰ ਜੀ ਲੱਭ ਜੇ ਨਾ ਮੁਸਲਮਾਨ ਝੱਲਾ ਜਿਹਾ, ਦਕੱਲਾ ਜਿਹਾ, ਜਿਹਨੂੰ ਗੱਲ ਦਾ ਪਤਾ ਨਾ ਹੋਇਆ, ਉਹਨੂੰ ਦਾਵਤਾਂ ਦੇਣਗੇ, ਆਏ ਕੋਈ ਮੁਸਲਮਾਨ ਹਮਾਰੇ ਸਾਥ ਬਾਤ ਕਰੇ, ਆਏ ਕੋਈ ਮੁਸਲਮਾਨ। ਜੇ ਉੱਥੇ ਮੈਸੇਜ ਕਰਦੇ ਹੋ ਅਮਰ ਨੂੰ ਬੁਲਾਈਏ, ਨਹੀਂ ਉਹ ਗਾਲਾਂ ਕੱਢਦਾ, ਉਹਦੇ ਨਾਲ ਨਹੀਂ ਗੱਲ ਕਰਨੀ। ਇਹ ਪੜੋ ਪੁੱਤਰ ਕੀ ਲਿਖਿਆ ਹੈ, ਕਹਿੰਦਾ है बावजूद इन सरी नसूस के हम कैसे इनकार कर दें और कह दें कि तमाम रसूलों का मानना ज़रूरी नहीं, और ये कि मसीह मऊद का मानना मदार नजात में शामिल नहीं। अगर हम ऐसा कहें तो हम भी इसी गिरोह में शामिल हो जाएंगे जिनकी निस्बत अल्लाह ताला फरमाता है उलाइका हुमुल काफिरूना हक्का व आतदना लिल काफिरीना अज़ाबम मुहीना। सूरह निसा 152 नंबर आयत। ਕਹਿੰਦਾ ਹੈ ਕਿ ਜੇ ਅਸੀਂ ਇਹ ਮੰਨ ਲਈਏ ਕਿ ਜਿਨ੍ਹਾਂ ਮਿਰਜ਼ਾ ਕਾਦੀਆਨੀ ਨੂੰ
ਨਹੀਂ ਮੰਨਿਆ, ਮਿਰਜ਼ਾ ਕਾਦੀਆਨੀ ਦੇ ਉੱਤੇ ਈਮਾਨ ਨਹੀਂ ਲਿਆਂਦਾ, ਤੇ ਕੁਰਾਨ ਤੇ ਕਹਿੰਦਾ ਕਿ ਉਹ ਪੱਕੇ ਕਾਫਰ ਨੇ, ਤੇ ਕਹਿੰਦਾ ਅਸੀਂ ਫਿਰ ਉਹਨਾਂ 'ਚ ਸ਼ਾਮਿਲ ਹੋ ਜਾਾਂਗੇ। ਅੱਗੇ ਸੁਣੋ, ਔ ਕਜ਼ਬ ਬਿਆਯਾਤੇ ਫਨਾਉਜ਼ ਬਿल्लाह ਮਿਨ ਜ਼ਾਲਿਕ, ਜਾਂ आयतों चुटलाते हैं। अगर हम ऐसा करें तो गोया अब्दुल हकीम मुर्ताद की पेशगोई को पूरा कर दें। यह गल सुनियो मरजाइयो, इस गले तुसी मैनू बराड़ ते नहीं लेंदे। इधर आ दिलबर हुनर आजमाए, तू तीर आजमा हम जिगर आजमाए। कड्डो गालां पुत्र। कहता अगर हम ऐसा करें तो गोया अब्दुल हकीम मुर्ताद की पेशगोई को पूरा कर दें और शैतान के मुअय्यद हो जाएं। वो अब्दुल हकीम की पेशगोई तुहानू सुनानी मैं, ए गौर नाल सुनियो जरा, मेरे वाल कन ला के, जेडे बाहर बनेरियां ते नहीं बैठे कंधां दे उत्ते, सिकंदर मिर्जा कित्थे फोटो उन्हां दी, जेडे कंधां दे उत्ते बैठ के सुनदे ने कुंडियां ला के। ए गौर नाल सुनियो, कंधां दे उत्ते बैठ के, अगर हम ऐसा करें तो गोया अब्दुल हकीम मुर्ताद की पेशगोई को पूरा कर दें और शैतान के मुअय्यद हो जाएं, क्योंकि उसकी मुखालफत भी इस बात पर हुई थी और वो जमात से इसीलिए खारिज किया गया था कि उसका दावा था कि सवाए उन चंद मुकफ़रीन के जिन्होंने मुखालफत में जोर मारा है, मसलन मोहम्मद हुसैन बटालवी, सईद नज़ीर हुसैन देलवी, शेख अब्दुल हकीम कुल्लानौरी वगैरह, जिन्हों ने मिर्जा कादियानी दी तकफीर की है, सवाए उन चंद मुकफ़रीन के जिन्होंने मुखालफत में जोर मारा है, बाकी सब नाजी होने चाहिए और कुफर का फतवा उन पर नहीं देना चाहिए। बस हमारा भी ऐसे ही अकायद रखना, हमारा भी ऐसे ही अकायद रखना, यानी आमिर नज़ीर को काफिर ना करार देना, शेर मोहम्मद को काफिर ना करार देना, शान को काफिर ना करार देना, मोहम्मद ज़ैद साकी अली शहनशाह को काफिर ना करार देना, गोया अब्दुल हकीम की पैरवी करना और मसीह मौत का इनकार करना है। और तुसी अब्दुल हकीम पटियालवी दे पैरोकार हो गए हो तो मिर्जा कादियानी दे मुनकर हो गए हो। ऐ सुन लो, इन्हां मुसलमानां नूं मुसलमान करार दे के, इन्हां नूं काफिर ना करार दे के तुसी की कर दिता है, मसीह मौत का इनकार कर दिता है, अब्दुल हकीम दे पैरोकार हो गए हो और उसकी शैतानी पेशगोई को पूरा करना है। ऐ हुण आवन लगी जे पेशगोई, सुनियो कान धर के, सुन फरियाद पीरां दे पीरा, मेरी अर्ज सुनी कान धर के। हुण कान धर के जरा सुनियो, पीरां उच्चियां शानां दे पुठियां समझ वालिओ, ऐ सुनियो, उसकी शैतानी पेशगोई को पूरा करना है कि अन करीब, ए पेशगोई जो दी, अन करीब मिर्जा साहब पर ईमान को गैर जरूरी करार देकर बाकी तमाम गैर फिरकों को भी मुसलमान करार देंगे। ए जो दी पेशगोई कि अन करीब मिर्जाई की करनगे, अन करीब मिर्जाई मिर्जा साहब पर ईमान को गैर जरूरी करार देकर बाकी तमाम गैर फिरकों को भी मुसलमान करार देंगे। आखणगे साडे मुसलमान भाई ने अस्सलाम अलैकुम वरहमतुल्लाहि व बरकातहू। मुसलमान भाइयों, मेरे मुसलमान भाइयों, यार आप हमारे मुसलमान भाई हैं, ऐ सुन लो, कलमा गो मुसलमान भाइयों, ऐ सुनो, बाकी तमाम गैर फिरकों को भी मुसलमान करार देंगे और अमाल पर निजात का दारोमदार जानेंगे और ईमान बिर रुसल को अलहदा कर देंगे। ओए सुन लो, तुसा ईमान बिर रुसल नूं अलहदा कर दिता है, रसूलां दा ईमान तुहाडे वास्ते कोई अहमियत नहीं। जब मिर्जा कादियानी नूं रसूल मनदे हो तो बशीरुद्दीन महमूद अहमद पे आंदा है कि इंसान दे बच्चे बनो, ईमान बिर रुसल नूं छड्डी जांदे हो। बस इन बातों का मानना हमारे लिए मौत है। और मौत वाकया हो गई तुहाडी, इन बातों को मानना हमारे लिए मौत है और सिलसिले की तकजीब। लो भाई, ए दो गल्लां सिर्फ इन्हां दा मैं ना कोई मिर्जाई बयान कर दे, मेरे को आके इनाम ले ले। इन बातों का मानना हमारे लिए मौत है और सिलसिले की तकजीब। ऐसा पता की मतलब है?
ਬਈ ਅਸੀਂ ਜਿਸ ਦਿਨ ਇਹ ਗੱਲ ਮੰਨ ਲਈ, ਸਮਝਿਓ ਅਸੀਂ ਮਰ ਗਏ ਆ ਤੇ ਸਿਲਸਿਲਾ ਸਾਡਾ ਝੂਠਾ ਹੈ। ਇਹ ਜਿਓ ਆਪਣੇ ਮੂੰਹ ਪਿਆਖਦਾ। ਹੁਣ ਦੱਸੋ ਮਿਰਜ਼ਾਈ ਮਰ ਗਏ ਨੇ ਕਿ ਜਿਉਂਦੇ ਨੇ? सिलसिले अपने ਨੂੰ ਝੂਠਾ ਕਹਿੰਦੇ ਨੇ कि सच्चा कहते हैं? इन बातों को मानना हमारे लिए मौत है और सिलसिले की तकजीब है। और तुसा डॉक्टर अब्दुल हकीम पटियालवी दी उस पेशगोई ਨੂੰ पूरा कर छड़िया कि नहीं कर छड़िया, जिन्हों ਤੁਹਾਡਾ ਬਸ਼ੀਰੁद्दीन महमूद अहमद पे कहता है कि ये शैतानी पेशगोई है, तुसी ते इहनू पूरा करन लगे हो। तुसा शैतानी पेशगोई ਨੂੰ पूरा कर छड़िया ते तुसी जफा मार के बरेलवियों ਨੂੰ कहते हो हमारे बरेलवी मुसलमान भाई, हमारे देवबंदी मुसलमान भाई, हमारे शिया मुसलमान भाई, हमारे भाभी मुसलमान भाई, हमारे सुन्नी मुसलमान। सुन्नी मुसलमान आप कौन है? सुन्नी मुसलमान है कि अहमदी मुसलमान है? लख दी लानत है तुहाडे ते। सुनो अपने खलीफा दी गल, इन्हां नूं मुसलमान आके तुसां अपने सिलसिले दी तकजीब कर दी है ते बशीरुद्दीन महमूद अहमद के मुताबिक मर चुके हो तुसी। मौत वाकया होगी तुहाडी। ए लिखे ने लफ्ज जे मैं कोई अमर भाई जी यह गल है ना कि अमाल को निजात का मदार करार देंगे, वो भी मिर्जा ताहिर दी वो सुनी ना तुसी वीडियो जिहड़ा कहंदा हिंदू सिख यहूदी ईसाई जिहड़े ने वो सारे जन्नत ते जाणगे अगर नेक अमाल करनगे ते। हाँ जी बिल्कुल उन्हें आख्या रसूलां ते ईमान बे रुसल लैदा कर दो। मिर्जा ताहिर ने आख्या ईमान बे रुसल नूं साडे करो, इमाल ते दारोमदार है। ਅਈਏ ਤੇ ਅਮਰ ਭਾਈ ਪਰਸੋਂ ਤੁਹਾਨੂੰ ਮਿਰਜ਼ਾ ਮਸਰੂਰ ਨੇ ਦੁਆ ਦਿੱਤੀ ਹੈ। ਇਹ ਦੁਆ ਦਿੱਤੀ ਅੱਲਾ ਇਹਨੂੰ ਤਾਕਤ ਦੇਵੇ, ਅੱਲਾ ਕਰੇ ਅਮਰ ਨਜ਼ੀਰ ਦੀ ਸਿਹਤ ਠੀਕ ਰਵੇ, ਦਾ ਗਲਾ ਨਾ ਖਰਾਬ ਹੋਵੇ ਤੇ ਮੇਰੀ ਮੰਜੀ ਚੰਗੀ ਠੋਕੇ ਬਣਾ ਕੇ। ਇਹ ਦੁਆ ਦੇ ਰਿਹਾ ਮੈਨੂੰ, ਇਹ ਦੁਆਵਾਂ ਕਰ ਰਿਹਾ ਸਾਡੇ ਵਾਸਤੇ। ਜਦੋਂ ਮੁਸਲਮਾਨ ਭੈੜਿਓ ਮੁਸਲਮਾਨ ਤੁਹਾਡੀ ਸ਼ਕਲ ਨਹੀਂ ਵੇਖਣਾ ਚਾਹੁੰਦੇ, ਮੁਸਲਮਾਨ ਤੁਹਾਨੂੰ ਛਿੱਕ ਛਿੱਕ ਕੇ ਇੰਜ ਲਾਂਦੇ ਨੇ ਜਿਵੇਂ ਮੱਝਾਂ ਨਾਲੋਂ ਜੋਕਾਂ ਜ਼ਿਮੀਂਦਾਰ ਲਾਂਦੇ ਨੇ ਨਾ, ਮੱਝਾਂ ਨੂੰ ਜੋਕਾਂ ਚਿੰਬੜ ਜਾਂਦੀਆਂ। ਨਹਿਰੇ ਵਾੜੀਏ ਨਾ ਮੱਝਾਂ, ਸ਼ੇਰ ਮੁਹੰਮਦ ਸਾਹਿਬ, ਮੱਝਾਂ ਨਹਿਰੇ ਵਾੜੀਏ ਨਾ ਜਾਂ ਸੂਏ ਚ ਵਾੜੀਏ, ਉੱਥੋਂ ਜੋਕਾਂ ਚਿੰਬੜ ਜਾਂਦੀਆਂ ਨੇ। ਅੱਲਾ ਜੀ ਮੈਂ ਸੁਣਨੇ ਪਤਾ ਜੀ, ਸਾਡਾ ਤਾਂ ਅੱਲਾ ਦੀ ਕਸਮ ਹੈ ਜ਼ਿਮੀਂਦਾਰ ਖਿੱਚ ਖਿੱਚ ਕੇ ਜੋਕਾਂ ਲਾਂਦੇ ਨੇ। ਜੋਕ ਚਿੰਬੜੀ ਲੈਂਦੀ ਨਹੀਂ ਮੱਝ ਨੂੰ, ਉਹ ਤਿਲਕਣੀ ਜਿਹੀ ਹੁੰਦੀ ਉਹ ਨਹੀਂ ਲੈਂਦੀ ਹੈ, ਉਹ ਗਿੱਲੀ ਹੁੰਦੀ ਹੈ, ਕਿਤੇ ਪਾਣੀ ਹੁੰਦਾ ਲੱਗਿਆ, ਉਹਨੂੰ ਖਿੱਚ ਖਿੱਚ ਕੇ ਮੱਝ ਦੇ ਨਾਲ ਲਾਈਏ ਨਹੀਂ ਲੈਂਦੀ। ਇਹ ਜੋਕਾਂ ਹਰ ਚਿੰਬੜ ਗਏ ਨੇ। ਮੁਸਲਮਾਨ ਲਾ ਕੇ ਪਰਾਂ ਸੁੱਟਦੇ ਨੇ, ਮਗਰੋਂ ਲਵੋ ਸਾਡੀਓ ਜਾਨ ਛੱਡੋ, ਫਿਰ ਚਿੰਬੜਦੇ ਨੇ ਜੋਕਾਰ। ਜੋਕਾਂ ਚਿੰਬੜ ਗਈਆਂ ਨੇ ਮੁਸਲਮਾਨਾਂ ਨੂੰ, ਲੈ ਜਾਓ ਮਗਰੋਂ। ਇਹ ਆਪਣੇ ਖਲੀਫਾ ਦੀ ਮੰਨ ਲਓ, ਸਾਡੀ ਨਹੀਂ ਮੰਨਣੀ। ਤੇ ਉਹ ਪਿਆਂਦਾ ਹੈ ਕਿ ਜਿਹੜੇ ਦਿਨ ਤੁਸਾਂ ਦੂਜੇ ਫਿਰਕਿਆਂ ਨੂੰ ਮੁਸਲਮਾਨ ਮੰਨ ਲਿਆ ਤੇ ਡਾਕਟਰ ਅਬਦੁਲ ਹਕੀਮ ਪਟਿਆਲਵੀ ਦੀ ਪੇਸ਼ਗੋਈ ਪੂਰੀ ਹੋ ਜਾਏਗੀ। ਉਸ ਦਿਨ ਹੋ ਗਈ ਪੂਰੀ ਕਿ ਨਹੀਂ ਰਹੀ? ਲੈ ਮੈਨੂੰ ਦੱਸ ਨਾ, डॉक्टर अब्दुल हकीम पटियालवी की पेशगोई तुसां पूरी कर छड़ी कि कोई रह गई गुंजाइश? वो साफ है तुहाडा खलीफा आंदा है कि उसकी शैतानी पेशगोई को पूरा करना है कि अन करीब मिर्जा साहब पर ईमान को गैर जरूरी करार देकर बाकी तमाम गैर फिरकों को भी मुसलमान करार देंगे और अमाल पर निजात का मदार जानेंगे और ईमान बे रसूल को लदा कर देंगे। बस इन बातों का मानना हमारे लिए मौत और सिलसिले की तकजीब। इन्ना ही कट के क्लिप चाड़ दो मुसलमानों, इन्ना ही क्लिप चाड़ दो, मत किसी की अख खुल जे कि मिर्जाई अपने अकाबरीन छड़ चुके ने। इन्हां दे काबरीन इन्हां नूं साफ कह के गए ने कि जिस दिन तुसां इन्हां नूं मुसलमान आख्या ना अमर होरां नूं, उस दिन साडे सिलसिले नूं तुसां झूठा आख छड़िया। सिलसिले की तकजीब यानी तुसां सिलसिले नूं आप आख छड़िया कि सिलसिला झूठा है ते तुसां अपनी मौत दा ऐलान कर छड़िया। ਇਹ ਗੱਲ ਹੀ ਇਹਨਾਂ ਨੂੰ ਪਤਾ ਲੱਗੇ, ਜਿਹੜੇ ਨਹੀਂ ਕਿਤਾਬਾਂ ਪੜ੍ਹਦੇ ਨਾ ਉਹਨਾਂ ਨੂੰ ਪਤਾ ਲੱਗੇ। ਇਹ ਵੀਡੀਓ ਛੋਟੇ ਛੋਟੇ ਕਲਿੱਪ ਚਾੜ ਦਿਓ, ਇਹਨਾਂ ਨੂੰ ਸੁਣ ਕੇ ਲੋਕਾਂ ਕੋਲ ਟਾਈਮ ਅੱਜ ਕੱਲ ਕਿਉਂ ਹੈ। ਮਿਰਜ਼ਾਈ ਤੇ ਖੈਰ ਉਂਝ ਵੀ ਅੱਲਾ ਦਾ ਫਜ਼ਲ ਹੀ ਹੈ, ਮੁਲਹਿਦ ਨੇ ਸਾਰੇ, ਉਹਨਾਂ ਤੇ ਕੋਈ ਦਿਲਚਸਪੀ ਨਹੀਂ ਹੈ। ਲੇਕਿਨ ਲੰਘਦਿਆਂ ਵੜਦਿਆਂ ਜੌਬ ਤੇ ਜਾਂਦਿਆਂ ਕੰਮ ਤੋਂ ਆਉਂਦਿਆਂ ਇਹ ਛੋਟੇ ਛੋਟੇ ਕਲਿੱਪ ਲੋਕੀ ਸੁਣਦੇ ਨੇ ਤੇ ਲੋਕਾਂ ਦੇ ਇਲਮ 'ਚ ਇਜ਼ਾਫਾ ਹੁੰਦਾ ਹੈ। ਲੋਕਾਂ ਨੂੰ ਪਤਾ ਲੱਗੇ ਕਿ ਬਸ਼ੀਰੁद्दीन महमूद अहमद ਨੇ ਕੀ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਕਿ ਮਿਰਜ਼ਾਈਓ ਇਹ ਗੱਲ ਮੰਨਣੀ ਗੋਇਆ ਕਿ ਉਹਦੀ ਅਬਦੁਲ ਹਕੀਮ ਪਟਿਆਲਵੀ ਦੀ ਸ਼ੈਤਾਨੀ ਪੇਸ਼ਗੋਈ ਨੂੰ ਪੂਰਾ ਕਰਨ ਦੇ ਬਰਾਬਰ ਹੈ।
शैतानी पेशगोई ਉਹਦੀ ਕੀ ਸੀ कि अनकरीब मिर्जा साहब पर ईमान को गैर जरूरी करार देकर बाकी तमाम गैर फिरकों को भी मुसलमान करार देंगे। मुसलमान करार दिता जो सानू, और मैं मुसलमान हाँ, और यह बरेलवी मुसलमान ने सारे। अमर भाई और कुछ नहीं अमर भाई इन्ना गल पूछो, कलमा गो मुसलमान ने, एक कलमा गो मुसलमान ने, बरेलवी कलमा गो मुसलमान ते देवबंदी कलमा गो मुसलमान, ਇਹਨਾਂ ਨੂੰ ਮੁਸਲਮਾਨ ਕਰਾਰ ਦੇ ਕੇ ਉਹ ਆਂਦਾ ਸ਼ੈਤਾਨੀ ਪੇਸ਼ਗੋਈ ਨੂੰ ਤੁਸੀਂ ਤਾਂ ਪੂਰਾ ਕਰ ਫਤਾਵਾ ਰਜ਼ਵੀਆ ਚ ਲਿਖਿਆ ਹੈ ਹਦੀਸ ਕਾਫਰ ਮੁਰਤਦ ਅਗਰ ਲੋ ਜੀ ਫੇਰ ਆ ਗਿਆ ਜੀ, ਉੱਤੇ ਆਉਂਦੇ ਆ ਸਾਰੀ ਬੋਲਣ ਲੱਗ ਪਿਆ ਵੇ, ਪਹਿਲੇ ਆ ਕੇ ਸਲਾਮ ਦੁਆ ਲਈ ਦੀਏ ਫਿਰ ਬੋਲੀ ਦਾ। ਅਗਰ ਕੁਝ ਉਹ ਸੁਣਤੇ ਲੈ ਉਹ ਸਰਕਾਰੀ ਮੁਸਲਮਾਨ ਦੁਆ ਸਲਾਮ ਹੁੰਦਾ ਹੈ। ਉਹ ਸਰਕਾਰੀ ਮੁਸਲਮਾਨ ਸਾਹਿਬ YouTube ਤੇ ਕੋਈ ਨਵੀਂ ਵੀਡੀਓ ਨਹੀਂ ਆਈ? ਤੇਰੇ ਸਾਹਿਬ YouTube ਤੇ ਕੋਈ ਨਵੀਂ ਵੀਡੀਓ ਨਹੀਂ ਆਈ? ਸਰਕਾਰੀ ਯਾਰ ਸਰਕਾਰੀ ਮੁਸਲਮਾਨ ਇੱਕ ਹਕੀਕੀ ਮੁਸਲਮਾਨ ਦੀ ਗੱਲ ਸੁਣ ਲੈ। 8 ਸਰਕਾਰੀ ਮੁਸਲਮਾਨ ਰੀਲ ਬੈਠਾ ਕਿੰਨੀਆਂ ਹੋਈਆਂ? 100 ਤੋਂ ਵਧੀਆ ਨੇ ਕਿ ਉੱਥੇ ਖਲੋਤਾ ਹੈ? ਦੇਖ ਲੈ ਹੁਣ ਸਰਕਾਰੀ 100 ਤੇ ਕਰੋੜਾਂ ਦੀ ਹੋ ਰਹੀ ਹੈ, 100 ਤੇ ਪਿੱਛੇ ਪਿਆ ਤੂੰ। ਵਾਹ ਵੀ ਵਾਹ। ਨਹੀਂ ਜਦੋਂ ਉੱਥੇ ਤੂੰ ਜਦੋਂ ਟੇਬਲ ਤੇ ਕੱਪੜਾ ਮਾਰਦਾ ਹੁੰਦਾ ਤੇ ਚਾਹ ਵਾਲੇ ਹੋਟਲ ਤੇ 100 ਬੈਠਾ ਹੋਈਆਂ ਸੀ, ਉਸ ਤੋਂ ਵੀ ਵਧੀਆ ਨੇ ਕਿ ਉੱਥੇ ਹੀ ਮੂੰਹ ਕਾਲਾ ਹੀ ਹਲੇ। ਤੇਰੇ ਵਰਗੇ 8 ਬੰਦੇ ਮੇਰੇ ਕੋਲ ਕੰਮ ਤੁਹਾਨੂੰ ਕਰਦੇ ਨੇ। ਅੱਬਾ ਜੀ ਨੇ ਇਜਾਜ਼ਤ ਦੇ ਦਿੱਤੀ ਹੈ ਮੁਸਲਮਾਨਾਂ ਦੀ ਬਰਾੜ ਉੱਤੇ ਜਾਣ ਦੀ? अच्छा सरकारी मुसलमानों मैंने दसो कि फतावा रिजविया च लिखा क्या ले ਬੈਤਾਂ ਤੇ ਦੱਸਦੇ ਰੀਲ ਕਿੰਨੀਆਂ ਹੋ ਗਈਆਂ ਨੇ ਯਾਰ? 100 ਤੋਂ ਉੱਤੇ ਵਧੀਆ ਨੇ ਕਿ ਨਹੀਂ ਵਧੀਆ? ਇਹ ਹੱਸਦਾ ਬੜਾ ਹੈ ਜੀ, ਹੱਸਦਾ ਬੜਾ ਹੈ। ਆ ਕੇ ਦੰਦੀਆਂ ਕੱਢਦਾ ਹੈ। मैं एक गल ਇਹ ਹੈ फैसला। सलाम अलैकुम। वालेकुम सलाम। अच्छा, ये सारी बात सुनने के बाद 2 क्वेश्चन है मेरे कि एक तो अमूमन ये हुआ है कि जब कभी मैंने ये पर्सनली एक्सपीरियंस किया है कि जब कभी कहीं मिर्ज़ा बशीरुद्दीन महमूद या किसी और दीगर शख्स का कोई हवाला रखा जाता है तो अहमदी जमात जो है वो उसके जो उलमा इकराम हैं जो टिकटॉक की हद तक वो फ़ौरन उससे मुबर्रा हो जाते हैं, बरात का ऐलान कर देते हैं। नहीं 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 नहीं, हमें मिर्ज़ा साहब की बात दिखाओ, ये मिर्ज़ा साहब की बात ही नहीं। तो एक तो इस मजमून पे ये एतराज़ भी जो है वो किया जाएगा या किया जा सकता है। और दूसरी बात ये है कि ये भी तो हो सकता है कि दिल में जो है वो काफिर समझते हों, लेकिन मफामत के लिए या किसी मसलहत के लिए मुंह से इकरार करते हों कि हाँ ठीक है तुम लोग भी मुसलमान हो। दूजा चांस ज्यादा है कि वो कल मलक साहब ने मैनू आख्या है कि अमर मैं तेन समझना है ही हाँ, पर मैं जबान नाल नहीं कह सकता तेन काफिर। समझना समझ अल्लाह दी कसम है उन्हें आख्या। बस मलक तल्लत दी रिकॉर्डिंग मौजूद है। अली किधर गया है? करदा पैसे उत्थे रिकॉर्डिंग, अली को रिकॉर्डिंग होई। मलक तल्लत दे अल्फाज ने उन्हें कहा मैं तेन समझना मुसलमान नहीं, समझना मैं तेन काफिर हाँ, पर मैं जबान नाल आखना नहीं। ए जे हकीकत मैं क्या 2026 का सब तो वड्डा लतीफा सुनाता है। ए अली आ गया, रिकॉर्डिंग भी हो सकता है। अली कितनी सी रिकॉर्ड कल मलक साहब की गल? अरे वो सी चलो ओके ओके। ते ए दूजा जेड़ा ना इम्कान ज्यादा है। पहला इम्कान इस गले घट है कि जेड़ी है ना पाकट बुक, मैं भी गुजरात दा ते मलक अब्दुररहमान खादम भी गुजरात दा है जिन्हें पाकट बुक लिखी है ना, उन्हें पाकट बुक दे शुरू च लिखे है कि मरजाइयां वा ते उज्जत है मसीह मौद दी गल ते खलीफियां दी गल। हाँ जाहिद जमील भाई दे भी यूट्यूब चैनल ते मौजूद है, सुन लो जाके मलक साहब दी गल। उन्हें कहा कि उज्जत है मिर्जा साहब दी भी गल ते सारे खलीफियां दी भी गल। जेड़ा बंदा आखे कि बशीरुद्दीन महमूद अहमद दी गल मेरे वास्ते उज्जत नहीं ते उन्होंने पूछो फिर कि ए गलत लिखे है पाकट बुक विच। पहला सवाल। दूजा सवाल ये वे कि क्या बशीरुद्दीन महमूद अहमद झूठ बोल के गया कि मेरे नाल मेरा इनकार, मसीह मौद दा इनकार, मसीह मौद दा इनकार, नबी पाक दा इनकार, नबी पाक दा इनकार, अल्लाह दा इनकार। ए बशीरुद्दीन महमूद अहमद ने लिखा है। बशीरुद्दीन महमूद अहमद दी गल दा इनकार, मसीह मौद दी गल दा इनकार, मसीह मौद दी गल दा इनकार, नबी पाक दी गल दा, नबी पाक दी गल दा इनकार, अल्लाह दा इनकार। चलो जी अमर भाई माइक ओपन करा है जी कि मेरी हिम्मत नहीं है जी, मैं इनको काफिर नहीं कह सकता। कल वाली रिकॉर्डिंग जिसम तात मास्टर को बैठे सो हाय मैं की कर रहा, हाय मैं मजबूर हाँ, हाय मैं माजूर हाँ, हाय मैं कैसे बंदे नु मन बैठा।
ਜਿਹਨੂੰ ਮੰਨ ਕੇ ਮੇਰੇ ਚ ਹਿੰਮਤ ਖਤਮ ਹੋ ਗਈ, ਤਾਕਤ ਖਤਮ ਹੋ ਗਈ, ਘਰ ਚੰਗਾ, ਬੂਆ ਚੰਗਾ, ਪਿਓ ਚੰਗੇ ਦਾ ਪੁੱਤਰ ਹੋ ਕੇ मैं ऐसा मजबूर हो गया हूं, ऐसा माजूर हो गया हूं कि मैं कुछ कर नहीं सकता, मैं बोल नहीं सकता, मैं वो बात जुबान पर ला नहीं सकता जो मेरे दिल में है। कहते कुरान ने जिनको काफर का, आओ मैं तुहानू दसां, ਉਹ ਤੁਸੀਂ ਕਿਹੜੇ ਕੁਰਾਨ ਨੂੰ ਮੰਨ ਬੈਠੇ ਹੋ? ਚਲੋ ਠੀਕ ਹੈ, ਮਿਊਟ ਕਰ। ਇਹਦੇ ਤੂੰ 2-3 ਮਿੰਟ ਇਹਦੇ ਤੂੰ 2-3 ਮਿੰਟ ਪਿੱਛੇ ਕੰਨ ਨਾਲ ਲਾ ਕੇ ਪਹਿਲਾਂ ਸੁਣ ਕੇ ਸਿਰਫ ਮਲਕ ਸਾਹਿਬ ਦੇ ਅਗਰ ਅਲਫਾਜ਼ ਸੁਣਾ ਸਕਦੇ ਹੋ ਸੁਣਾ ਦਿਓ, ਨਹੀਂ ਤੈਨੂੰ ਮੈਂ ਇੱਕ ਹੋਰ ਗੱਲ ਸੁਣਾ ਦਵਾਂ ਤਾਂ ਕਿ ਇੱਕ ਕਲਿੱਪ ਹੋਰ ਰਿਕਾਰਡ ਕਰ ਲੈਣ ਮੁਸਲਮਾਨ ਜਿਹਦਾ ਦਿਲ ਕਰੇ। ਮੁਸਲਮਾਨੋ ਭਗਵਾਨ ਸਾਹਿਬ ਹੋ ਗਏ ਨੇ, ਦੋਵੇਂ ਸਵਾਲਾਂ ਦੇ ਜਵਾਬ ਹੋ ਗਏ ਨੇ। ਬਸ਼ੀਰੁद्दीन महमूद ਹਾਂਜੀ ਹਾਂਜੀ ਉਹ ਠੀਕ ਹੋ ਗਿਆ, ਕਲੀਅਰ ਹੋ ਗਿਆ। ਹਾਲੀ ਤੇ ਗੱਲ ਹੋ ਜੇ ਤੇ ਗੱਲ ਕਰ ਲਓ। ਮੈਂ ਫਿਰ ਉਜ਼ਾਈ ਜਮੀਲ ਸਾਹਿਬ ਕਹਿ ਰਹੇ ਨਾਸਰ ਸਾਹਿਬ ਦੀ ਗੱਲ ਉਹਨਾਂ ਨੂੰ ਸੁਣਾਈ ਇੱਕ ਬਰੋੜ ਤੇ ਕਹਿ ਰਹੇ ਰਿਕਾਰਡਿੰਗ ਸੁਣਾਓ। ਉਹਨਾਂ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਇਆ, ਫਿਰ ਉਸ ਤੋਂ ਬਾਅਦ ਮੈਨੂੰ ਫਿਰ ਥੋੜਾ ਜਿਹਾ ਮੌਕਾ ਦਿਓ, ਮੈਂ ਉਹਨਾਂ ਨੂੰ ਰਿਕਾਰਡਿੰਗ ਸੁਣਾ ਦਿਆਂ। ਜ਼ਰੂਰ ਜ਼ਰੂਰ ਜ਼ਰੂਰ। ਇਹ ਜਿਹੜਾ ਸਫਾ ਲੱਗੇ ਆ ਨਾ ਸਾਹਮਣੇ, ਹਾਂਜੀ ਉਹ ਮੌਲਵੀ ਸਾਹਿਬ ਗੱਲ ਪੂਰੀ ਹੋ ਗਈ, ਦੂਜੀ ਗੱਲ ਕਰਨ ਲੱਗੇ। ਇਹ ਸਫੇ ਦੇ ਉੱਤੇ ਪਹਿਲੀ ਲਾਈਨ 'ਚ ਲਿਖੇ ਇਹ ਨਵਾਰੁਲ ਉਲੂਮ ਦੀ ਪਹਿਲੀ ਜਿਲਦ ਦੇ 330 ਸਫਾ ਲੱਗੇ ਹੈ। ਮਜ਼ਮੂਨ ਦਾ ਨਾਮ ਮੁਸਲਮਾਨ ਵਹੀ ਜੋ ਸਭ ਮਾਮੂरों को माने। ਇਸ ਉਤਲਾ ਸਫਾ ਜਿਹੜਾ ਨਾ, ਜਿਹੜਾ ਨਜ਼ਰ ਪਿਆ ਜਿਹਦੇ ਨਾਲ ਸੂਆ ਨਿਸ਼ਾਨ ਲੱਗਿਆ, ਉਹ ਉੱਤੇ ਪਹਿਲੀ ਲਾਈਨ 'ਚ ਲਿਖਿਆ ਕਿ हम मिर्जा साहब को मुसलमान, मुत्तकी और रास्तबाज इंसान मानते हैं, लेकिन जो कहते हैं कि निजात ईमान बिल्ला पर है। जो कहते हैं कि निजात ईमान बिल्ला पर है, ना ईमान बिर रुसल पर, और जिनका ख्याल है कि रसूलुल्लाह के इनकार की वजह से अजाब हो भी लेकिन मिर्जा साहब के नाम मानने का कोई हर्ज नहीं है। लेकिन अल्लाह ताला फरमाता है कि ये लोग झूठे और पक्के काफिर हैं, अल्लाह ताला के हुजूर अजाब के मुस्तहिक हैं। और हजरत साहब भी फरमाते हैं मन फर्रक बैनी व बैन अल मुस्तफ़ा फमा अर्रफनी व मारा, कि जिन्ने मेरे और मुस्तफ़ा दे विच फर्क किया उन्हें मैनू पहचाने ही नहीं। मन फर्रक बैनी व बैन अल मुस्तफ़ा, जिन्हें मेरे और मुस्तफ़ा दे विच फर्क किया उन्हें मैनू पहचाने ही नहीं। और फिर फरमाता है मन अज़लम मिम्मन इफ्तरा अलल्लाहि काज़िबन आओ कज़्ज़ब बिआयातिही, कि ਉਹਦੇ ਨਾਲ ਜ਼ਾਲਮ कौन है ਜਿਹੜਾ इफ्तरा करदा है अल्लाह ते या झुटलांदा अल्लाह दी आयतां नूं। बस बावजूद इन सरी नसूस के हम कैसे इनकार कर दें और कह दें कि तमाम रसूलों का मानना जरूरी नहीं, और ये कि मसीह मौद का मानना मदार निजात में शामिल नहीं। हम कैसे इनकार करें और ये कहें, कैसे इनकार करें और कैसे कहें। ऐ सुनियो जरा, ऐ कहंदा पे बशीरुद्दीन महमूद अहमद, हम कैसे इनकार कर दें और कह दें कि तमाम रसूलों का मानना जरूरी नहीं, और ये कि मसीह मौद का मानना मदार निजात में शामिल नहीं। ऐ वेखियो इस बंदे दा जवाब, अपनी गल दा आप जवाब इन्हें दिता है कि कैसे माने। ਇਹ देखो जी, इन्हां दा अपना इहो ही अनवारुल उलूम दी जिल्द नंबर 24 है, सफ़ा नंबर 388 है। जस्टिस मुनीर दे सामने बशीरुद्दीन महमूद अहमद जो सवालों के जवाब दे के आया सी ना, आप अपने हथां नाल लिखे ने सवाल, अदालत का सवाल, जस्टिस मुनीर दा सवाल, क्या मिर्जा साहब पर ईमान लाना जुज़्वे ईमान है? जवाब जी नहीं। हेलो जी, ਜਿਹੜਾ ਕਹਿੰਦਾ ਸੀ ਨਾ ਉੱਥੇ ਕਿ ਮੈਂ कैसे इनकार करा, किस तरह मैं आखा कि मिर्जा साहब ਦੇ ਉੱਤੇ ਈਮਾਨ ਲਿਆਉਣਾ ਇਹਦੇ ਉੱਤੇ ਨਜਾਤ ਦਾ ਮਦਾਰ ਨਹੀਂ। ਇੱਥੇ ਪੁੱਛਿਆ ਉਹਨੇ ਜਸਟਿਸ ਮੁਨੀਰ ਨੇ ਕਿ ਮਿਰਜ਼ਾ ਸਾਹਿਬ ਤੇ ਈਮਾਨ ਲਿਆਉਣਾ ਜੁਜ਼ਵੇ ਈਮਾਨ ਹੈ, ਕਹਿੰਦਾ ਜੀ ਨਹੀਂ। ਇਸ ਤਰ੍ਹਾਂ ਇਨਕਾਰ ਕਰ ਜਿਸ ਤਰ੍ਹਾਂ ਤੇਰੇ ਤੇ ਇਨਕਾਰ ਕਰਨਾ ਜ਼ਰੂਰੀ ਹੋ ਜੇ ਤੇ ਤੂੰ ਇਨਕਾਰ ਕਰ ਦੇ।
ਪਾਕਿਸਤਾਨ ਆ ਕੇ ਜਸਟਿਸ ਮਨੀਰ ਦੇ ਸਾਹਮਣੇ ਇਸ ਤਰ੍ਹਾਂ ਇਨਕਾਰ ਕੀਤਾ ਇਹਨਾਂ ਨੇ। ਝੂਠ ਦਾ ਪਲੰਦਾ ਏ ਕਾਦੀਆਨੀਅਤ, ਝੂਠ ਦਾ ਪਲੰਦਾ ਏ ਵੱਲਾ। ਇਸ ਗੱਲੇ ਸਾਨੂੰ ਬਰਾਡਾਂ ਤੇ ਨਹੀਂ ਲੈਂਦੇ, ਸਾਨੂੰ ਇਸ ਗੱਲੇ ਗਾਲੀਬਾਜ਼ ਕਰਾਰ ਦਿੰਦੇ ਨੇ। ਅਸੀਂ ਇਹ ਚੀਜ਼ਾਂ ਸਾਹਮਣੇ ਰੱਖਣੇ ਆ ਕਿ ਤੁਹਾਡੇ ਕਾਬਰੀਨ ਵੀ ਝੂਠੇ, ਤੁਸੀਂ ਵੀ ਝੂਠੇ। ਤੁਹਾਡੇ ਝੂਠ ਤੁਹਾਡੇ ਮੂੰਹ ਦੇ ਉੱਤੇ ਮਲ ਦਿਆਂਗੇ, ਤੁਹਾਡੇ ਕਾਬਰੀਨ ਦੇ ਝੂਠ ਉਹਨਾਂ ਦੇ ਤੁਹਾਡੇ ਕਾਬਰੀਨ ਦੇ ਮੂੰਹ ਤੇ ਮਲ ਦਿਆਂਗੇ। ਸਬੂਤ ਪੇਸ਼ ਕਰਾਂਗੇ ਕਿ ਉਹ ਝੂਠ ਬੋਲਦੇ ਮਰੇ ਨੇ। ਅਮਰ ਭਾਈ ਨੇ ਕੰਮ ਉਹ ਕੀਤਾ ਹੈ ਨਾ, ਇੱਕ ਬੰਦਾ ਸੀ ਨਾ ਤੇ ਉਹ ਕਿਤੇ ਜਾ ਰਿਹਾ ਸੀ ਸਹੁਰਿਆਂ ਘਰ ਤੇ ਰਸਤੇ 'ਚ ਉਹਨੇ ਲੈ ਲਈਆਂ ਗਾਜਰਾਂ। ਹੁਣ ਅੱਧੀ ਕੋ ਗਾਜਰ ਨੂੰ ਡੱਕੀ ਵੱਢੇ ਤੇ ਬਾਕੀ ਤੇ ਪਿਸ਼ਾਬ ਕਰੇ ਤੇ ਉਹਨੂੰ ਸੁੱਟ ਦੇਵੇ। ਅਗਲੀ ਗਾਜਰ ਫੜੇ, ਅੱਧੀ ਕੁ ਡੱਕੀ ਵੱਢੇ ਤੇ ਉੱਤੇ ਪਿਸ਼ਾਬ ਕਰੇ, ਬਾਕੀ ਤੇ ਸੁੱਟ ਦੇਵੇ। ਤੁਰਦਾ ਗਿਆ। ਉਹ ਨਖਰਾ ਸੀ ਨਾ, ਜਦੋਂ ਉੱਥੇ ਪਹੁੰਚਿਆ ਤੇ ਅੱਗੋਂ ਉਹਨਾਂ ਦਾ ਘਰ ਬੰਦ ਸੀ, ਤਾਲਾ ਲੱਗਿਆ ਸੀ। ਅੱਗੋਂ ਬੈਠਾ ਰਿਹਾ ਥੋੜ੍ਹੀ ਦੇਰ ਤੇ ਉੱਥੋਂ ਵਾਪਸ ਤੁਰ ਪਿਆ। ਜਦੋਂ ਵਾਪਸ ਤੁਰ ਪਿਆ ਤੇ ਲੱਗ ਵੀ ਭੁੱਖ, ਫਿਰ ਗਾਜਰ ਚੁੱਕੇ ਤੇ ਚੁੱਕ ਕੇ ਕਵੇ ਨਹੀਂ ਸੀ ਇਹ ਤੇ ਨਹੀਂ ਸੀ ਮੁੱਤਰਿਆ, ਉਹ ਖਾ ਲਵੇ। ਅੱਗੇ ਆਵੇ ਤੇ ਅਗਲੀ ਗਾਜਰ ਪਈ ਹੈ, ਇਹਦੇ ਤੇ ਨਹੀਂ ਸੀ ਮੁੱਤਰਿਆ। ਉਹ ਸਾਰੀਆਂ ਖਾਧੀਆਂ ਜਿਨ੍ਹਾਂ ਦੇ ਮੁੱਤਰਿਆ ਸੀ। दवाई जी माजिद शेख। थोड़ी जी। अस्सलाम वालेकुम। वालेकुम सलाम। जिस तरीके से यहूदी और ईसाई हजूर पाक सल्लल्लाहु अलैहि वसल्लम को बुरा कहते हैं, ऐसे ही आप हजरत मसीह मौद को बुरा कह रहे हैं। खुदा का खौफ खाओ। नहीं, हम तो नहीं कह रहे। खुदा से डरो। नहीं माजिद साहब, अल्लाह की लाठी बहुत ਗੱਲ ਸੁਣੋ ਮੇਰੀ ਗੱਲ ਸੁਣੋ। ਤੁਸੀਂ ਜਲਦੀ पे ਕਰਦੇ ਹੋ। ਮੈਂ ਕਸਮ ਖਾ ਕੇ ਕਹਿਣਾ, ਅੱਲਾ ਵਾਹਦਾ ਉਲਾ ਸ਼ਰੀਕ ਦੀ ਕਸਮ ਹੈ, ਅਸੀਂ ਤੁਹਾਡੇ ਮਿਰਜ਼ਾ ਕਾਦੀਆਨੀ ਨੂੰ ਇੰਜ ਕਜ਼ਾਬ ਕਹਿੰਦੇ ਹਾਂ ਜਿਸ ਤਰ੍ਹਾਂ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਮੁਸਲਮਾਨਾਂ ਨੂੰ ਕਜ਼ਾਬ ਕਿਹਾ ਸੀ। जिस तरह ईसाई हजूर पाक सल्लल्लाहु अलैहि वसल्लम ਨੂੰ ਕਜ਼ਾਬ ਕਹਿੰਦੇ ਆ, ਉਸ ਤਰ੍ਹਾਂ ਕਹਿ ਰਹੇ ਹੋ। ਜਿਸ ਤਰ੍ਹਾਂ ਮੁਸਲਮਾ ਕਜ਼ਾਬ ਨੂੰ ਕਜ਼ਾਬ ਕਿਹਾ ਸੀ, ਉਸ ਤਰ੍ਹਾਂ ਤੇਰੇ ਮਿਰਜ਼ੇ ਕਾਦੀਆਨੀ ਕਜ਼ਾਬ ਦਜਾਲ ਨੂੰ ਲਾਂਤੀ ਨੂੰ ਕਜ਼ਾਬ ਦਜਾਲ ਕਹਿੰਦੇ ਆ। ਉਸ ਲਾਂਤੀ ਨੂੰ ਉਸ ਕਜ਼ਾਬ ਨੂੰ, ਉਸ ਦਯੂਸ ਨੂੰ ਅਸੀਂ ਇੰਜ ਲਾਂਤੀ ਨੂੰ ਕਜ਼ਾਬ ਕਹਿੰਦੇ ਹੋ। ਤੂੰ ਨਬੀ ਪਾਕ ਦੇ ਉੱਤੇ ਭੌਂਕੇਗਾ ਮਰਜ਼ੋਟਿਆ, ਮੁਸਲਮਾਨਾਂ ਦੀ ਬਰਾਡਾਂ ਦੇ ਉੱਤੇ ਆ ਕੇ। ਇਹ ਤੁਹਾਡੀ ਤਰਬੀਅਤ ਕੀਤੀ ਉਹਨਾਂ ਨੇ ਕਿ ਤੁਸੀਂ ਹਰਾਮਜ਼ਾਦੇ ਹੋ, ਜਾ ਕੇ ਨਬੀ ਪਾਕ ਦੇ ਉੱਤੇ ਭੌਂਕਣਾ ਸ਼ੁਰੂ ਕਰ ਦਿਓ। ਮਿਰਜ਼ਾ ਕਾਦੀਆਨੀ ਨੇ ਆਪ ਲਿਖਿਆ ਕਿਤਾਬ ਦੇ ਵਿੱਚ ਕਿ ਨਬੀ ਪਾਕ ਦੇ ਉੱਤੇ ਭੌਂਕਣ ਵਾਲਾ ਹਰਾਮੀ ਹੋਣ ਚ ਉਹਦੇ ਚ ਸ਼ੱਕ ਹੀ ਕੋਈ ਨਹੀਂ। ਇਹ ਮੈਂ ਨਹੀਂ ਕਹਿ ਰਿਹਾ ਤੈਨੂੰ ਹਰਾਮਜ਼ਾਦਾ, ਤੈਨੂੰ ਮਿਰਜ਼ਾ ਕਾਦੀਆਨੀ ਕਹਿ ਰਿਹਾ ਕਿ ਤੂੰ ਨਬੀ ਪਾਕ ਦੇ ਉੱਤੇ ਭੌਂਕਣ ਲੱਗੇ ਆ। ਜਿਹੜੇ ਅਲਫਾਜ਼ ਤੂੰ ਮਿਰਜ਼ਾ ਕਾਦੀਆਨੀ ਵਾਸਤੇ ਪਸੰਦ ਨਹੀਂ ਪਿਆ ਕਰਦਾ, ਜਿਹਦੇ ਤੋਂ ਤੈਨੂੰ ਅੱਗ ਵੀ ਲੱਗਦੀ, ਉਹ ਤੂੰ ਮਹਿਬੂਬ ਨਬੀ ਸਾਡੇ ਮਹਿਬੂਬ ਨਬੀ ਵਾਸਤੇ ਲੱਗੇ ਇਸਤੇਮਾਲ ਕਰਨਾ, ਤੇ ਤੈਨੂੰ ਮਿਰਜ਼ਾ ਕਾਦੀਆਨੀ ਨੇ ਹਰਾਮੀ ਕਿਹਾ ਹੀ। ਤਾਂ ਮੈਂ ਤੈਨੂੰ ਕਹਿਣ ਲੱਗਾ ਕਿ ਹਰਾਮਜ਼ਾਦਗੀ ਨਾ ਕਰ, ਹਰਾਮਜ਼ਾਦਗੀ ਨਾ ਕਰ। ਅਸੀਂ ਮਿਰਜ਼ੇ ਕਾਦੀਆਨੀ ਨੂੰ ਇੰਜ ਹੀ ਕਜ਼ਾਬ ਦਜਾਲ ਕਹਿੰਦੇ ਆ ਜਿਸ ਤਰ੍ਹਾਂ ਸਾਡੇ ਮਹਿਬੂਬ ਨਬੀ ਨੇ ਮੁਸਲਮਾਨਾਂ ਨੂੰ ਕਜ਼ਾਬ ਕਿਹਾ ਸੀ, ਇੰਜ ਅਸੀਂ ਮਿਰਜ਼ੇ ਨੂੰ ਕਜ਼ਾਬ ਕਹਿੰਦੇ ਆ। ਇਹਦੇ ਤੋਂ ਬਾਅਦ ਕੋਈ ਮਾਂ ਭੈਣ ਦੀ ਗੱਲ ਤਾਂ ਕੱਢਦੇ ਨਹੀਂ। ਜੇ ਕੱਢੀ ਕੋਈ ਗੱਲ ਤਾਂ ਦੱਸ। ਉਹਨੂੰ ਕਜ਼ਾਬ ਔਰ ਦਜਾਲ ਕਹਿੰਦੇ ਆ ਇਸ ਗੱਲੇ ਕਿ ਮੁਸਲਮਾਨ ਨੂੰ ਨਬੀ ਪਾਕ ਨੇ ਕਜ਼ਾਬ ਦਜਾਲ ਕਿਹਾ, ਤੇ ਨਾਲ ਇਹ ਆਖਿਆ ਕਰੀਬਨ ਸਲਾਸੂਨ ਕਜ਼ਾਬੂਨ ਦਜਾਲੂਨ ਕੁੱਲੁਹੁਮ ਯਜ਼ਮੁ ਅੰਨਹੁ ਨਬੀ। 30 ਦੇ ਕਰੀਬ ਕਜ਼ਾਬ ਔਰ ਦਜਾਲ ਮੇਰੀ ਉਮਤ ਚ ਪੈਦਾ ਹੋਣਗੇ, 30 ਦੇ ਕਰੀਬ। ਇਹਦਾ 21 ਨੰਬਰ ਹੀ। ਇਹ ਜਾ ਕੇ ਪੁੱਛ ਲੈ, ਅਲ ਬਦਰ ਅਖਬਾਰ ਵਿੱਚ 20 ਕਜ਼ਾਬਾਂ ਦੀ ਲਿਸਟ ਛਪੀ ਹੈ। ਹੁਣ ਮੈਂ ਲਾ ਦੇਣਾ ਇੱਥੇ 20 ਕਜ਼ਾਬਾਂ ਦੀ ਲਿਸਟ ਅਲ ਬਦਰ ਅਖਬਾਰ ਚ ਛਪੀ ਹੈ। ਇਹਦਾ 21 ਨੰਬਰ ਹੀ। ਇਹ ਮੌਲਵੀ ਅਬਦੁਲ ਕਰੀਮ ਸਿਆਲਕੋਟੀ ਨੂੰ ਖਾਬ ਚ ਮਿਲਿਆ ਮਰਨ ਤੋਂ ਬਾਅਦ, ਤੇ ਤੇਰੇ ਮਿਰਜ਼ਾ ਕਾਦੀਆਨੀ ਨੇ ਉਹਨੂੰ ਪੁੱਛਿਆ ਕਿ ਮੌਲਵੀ ਸਾਹਿਬ ਦੱਸੋ ਕੋਈ ਗੱਲਬਾਤ, ਤੁਸੀਂ ਤਾਂ ਫੌਤ ਹੋ ਗਏ ਹੋ ਤੇ ਅੱਗੇ ਵਾਲੀ ਕੋਈ ਗੱਲ ਲਿਆ ਕੇ ਸੁਣਾਓ। ਤੇ ਆਂਦਾ ਹੈ ਮੈਨੂੰ ਖਾਬ ਚ ਆਂਦਾ ਹੈ, ਮੌਲਵੀ ਅਬਦੁਲ ਕਰੀਮ ਸਿਆਲਕੋਟੀ ਆਂਦਾ 21 ਕਹਿੰਦਾ। ਮੈਂ ਕਿਹਾ ਮੌਲਵੀ ਸਾਹਿਬ ਕੋਈ ਗੱਲ ਸੁਣਾਓ। 21 ਕਹਿੰਦਾ 21 ਆ ਕੇ ਚਲਾ ਗਿਆ, ਸਮਝ ਨਹੀਂ ਆਈ ਖਾਬ। ਮੈਂ ਕਿਹਾ ਉਹ ਮੈਂ ਤੁਹਾਨੂੰ ਸਮਝਾਵਾਂ। ਇਹ 20 ਦੀ ਲਿਸਟ ਛਪੀ ਆ ਅਲ ਬਦਰ ਅਖਬਾਰ ਚ, 21 ਨੰਬਰ ਹੀ ਤੇਰਾ। 21ਵਾਂ ਕਜ਼ਾਬ ਇਹ ਹੈ। 30 ਦੇ ਕਰੀਬ ਅੱਲਾ ਦੇ ਮਹਿਬੂਬ ਨਬੀ ਨੇ ਆਖਿਆ 30 ਦੇ ਕਰੀਬ ਕਜ਼ਾਬ ਔਰ ਦਜਾਲ ਇਸ ਉਮਤ ਚ ਪੈਦਾ ਹੋਣਗੇ। ਕੁੱਲੁਹੁਮ ਯਜ਼ਮੁ ਅੰਨਹੁ ਨਬੀ। ਸਾਰੇ ਕਹਿਣਗੇ ਅਸੀਂ ਨਬੀ ਹਾਂ। ਅਨਾ ਖਾਤਮਨ ਨਬੀਨ ਲਾ ਨਬੀ ਆਬਾਦੀ। ਮੈਂ ਖਾਤਮਨ ਨਬੀਨ ਹਾਂ, ਮੇਰੇ ਬਾਅਦ ਨਬੀ ਕੋਈ ਨਹੀਂ ਜੇ। ਉਹ ਮੁਸਲਮਾਨੋ ਮੇਰੇ ਬਾਅਦ ਨਬੀ ਕੋਈ ਨਹੀਂ ਜੇ। ਇਹ ਕਜ਼ਾਬ ਦਜਾਲ ਜਿਹੜੇ ਮੇਰੇ ਬਾਅਦ ਨਬੂਵਤ ਦੇ ਦਾਅਵੇ ਪੇ ਕਰਦੇ ਨੇ। ਸਾਨੂੰ ਤਾਂ ਸਾਡੇ ਮਹਿਬੂਬ ਨਬੀ ਨੇ ਆਖਿਆ ਅਸੀਂ ਤੁਹਾਨੂੰ ਕਜ਼ਾਬ ਦਜਾਲ ਤੋਂ ਤਾਂ ਆਨੇ ਆ, ਤੇ ਤੂੰ ਨਬੀ ਪਾਕ ਨੂੰ ਕਿਉਂ ਇਹੋ ਜਿਹੇ ਗੰਦੇ ਲਫ਼ਜ਼ ਬੋਲਣਾ ਹੈ? ਜੇ ਬੋਲੇਗਾ ਤਾਂ ਤੈਨੂੰ ਮਿਰਜ਼ਾ ਕਾਦੀਆਨੀ ਹਰਾਮਜ਼ਾਦਾ ਕਵੇਗਾ ਹੀ। ਇਹ ਸੋਚ ਲੈ, ਇਹੋ ਜਿਹੇ ਗੰਦੇ ਲਫ਼ਜ਼ ਨਾ
ਇਮਾਮੁਲ ਅੰਬੀਆ ਵਾਸਤੇ ਇਹੋ ਜਿਹੇ ਗੰਦੇ ਲਫ਼ਜ਼ ਨਾ ਇਸਤੇਮਾਲ ਕਰ। ਉਹ ਤੇ ਸੈਯਦ ਸਾਦਕੈਨ ਨੇ, ਉਹ ਤੇ ਸਾਰੇ ਸੱਚਿਆਂ ਦੇ ਸਰਦਾਰ ਨੇ। ਤੇ ਮਿਰਜ਼ਾ ਕਾਦੀਆਨੀ ਨੂੰ ਕਜ਼ਾਬ, ਇਹ ਪੂਰੀ ਦੁਨੀਆ ਦੇ ਮੁਸਲਮਾਨ ਉਹਨੂੰ ਕਜ਼ਾਬ ਕਹਿੰਦੇ ਨੇ। ਇਸ ਗੱਲੇ ਆਪਣੀਆਂ ਜ਼ਬਾਨਾਂ ਨੂੰ ਲਗਾਮ ਦਿਓ। ਇਹ ਨਾ ਸਮਝੋ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਮਾਈਕ ਲੱਭ ਗਿਆ ਤੇ ਅਸੀਂ ਆ ਕੇ ਨਬੀ ਪਾਕ ਦੇ ਉੱਤੇ ਭੌਂਕਣਾ ਸ਼ੁਰੂ ਕਰ ਦਿਆਂਗੇ, ਸਾਨੂੰ ਕੋਈ ਜਵਾਬ ਕੋਈ ਨਹੀਂ ਦੇਣ ਲੱਗਾ। ਤੁਹਾਡੀਆਂ ਜ਼ਬਾਨਾਂ ਕੁੱਤਿਆਂ ਕੇ ਪਾ ਦੇਣਗੇ ਮੌਲਵੀ। ਮਾਰੋ ਸ਼ੇਖ ਸਾਹਿਬ ਆਓ ਗਰੇਬੀ ਵੀ ਲੈ ਜਾਓ ਆਓ। ਨਿਕਲ ਗਿਆ ਲੂਈ ਫੋਰੀ। ਅਮਰ ਭਾਈ ਲਾਵਾਂ 2 ਮਿੰਟ। ਨਹੀਂ ਉਹ ਭਗਵਾਨ ਸਾਹਿਬ ਨੂੰ ਗੱਲ ਕਰ ਲੈਂਦੇ। ਜੇ ਮਲਕ ਸਾਹਿਬ ਦੀ ਰਿਕਾਰਡਿੰਗ ਕੀਤੀ ਹੈ ਤੇ ਉਹ ਸਿਰਫ 2 ਮਿੰਟ ही। एक जगह तो कायम हो जाओ यार, ना तुम्हारे अंदर ईमान है, तुम्हारे अंदर इतनी ताकत है, सच की गवाही दो। मैं तो तुम्हें काफिर इसलिए नहीं कहता हूँ कि मेरे अल्लाह ने मुझे हुक्म इख्तियार नहीं दिया हुआ। मैं तो अल्लाह से डरता हूँ, काफिर समझता हूँ, लेकिन कहता इसलिए हूँ मुझे अल्लाह ने इख्तियार नहीं दिया। इख्तियार देता तो मैं तुम्हारे मुंह के अंदर जाके कहता, मुंह करा कान के साथ लगाओ आमिर काफरा। ठीक हो गया। लो जी तुसा सुन लिया, उन्हें आख्या कि मैं काफिर समझता हूँ, मुसलमान नहीं हूँ कि लोगों के ईमान। ठीक हो गया अली। वो कहता है कि मैं काफिर समझता हूँ पर कहता नहीं हूँ। लो जी तुहाडे गल दा सबूत तुहाडी अखां दे सामने आ गया। ये सानू काफिर समझदे कहंदे नहीं। ठीक हो गया।